ਜਿਵੇਂ ਹੀ ਮੈਂ ਘਰ ਦੇ ਵਿੱਚ ਦਾਖਲ ਹੋਇਆ, ਮੈਨੂੰ ਬਿਰਿਆਨੀ ਦੀ ਖੁਸ਼ਬੂ ਆਉਣ ਲੱਗੀ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਹ ਬਹੁਤ ਹੀ ਸਵਾਦ ਖਾਣਾ ਬਣਾਉਂਦੀ ਸੀ। ਜਦੋਂ ਤੋਂ ਉਹ ਮੇਰੀ ਜ਼ਿੰਦਗੀ ਦੇ ਵਿੱਚ ਆਈ ਸੀ, ਮੈਨੂੰ ਲੱਗਦਾ ਸੀ ਜਿਵੇਂ ਮੇਰੀ ਜ਼ਿੰਦਗੀ ਦੇ ਵਿੱਚ ਬਹਾਰ ਆ ਗਈ ਸੀ। ਪਰ ਦਿਲ ਦੇ ਕਿਸੇ ਕੋਨੇ ਦੇ ਵਿੱਚੋਂ ਆਵਾਜ਼ ਆਈ ਕਿ ਤੁਸੀਂ ਕਿਸੇ ਹੋਰ ਦੇ ਘਰ ਦੀਆਂ ਖੁਸ਼ੀਆਂ ਨੂੰ ਆਪਣੇ ਘਰ ਦੇ ਵਿੱਚ ਸਜਾ ਲਿਆ ਹੈ। ਗਲਤ ਕਰ ਰਹੇ ਹੋ ਤੁਸੀਂ। ਜਿਸ ਦਿਨ ਰਿੰਕੀ ਨੂੰ ਤੁਹਾਡੀ ਸੱਚਾਈ ਦਾ ਪਤਾ ਲੱਗੇਗਾ, ਉਹ ਤੁਹਾਡੇ ਤੋਂ ਨਫ਼ਰਤ ਕਰੇਗੀ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਹਮੇਸ਼ਾ ਹਮੇਸ਼ਾ ਦੇ ਲਈ ਚਲੀ ਜਾਵੇਗੀ। ਉਸ ਦਿਨ ਤੁਹਾਡੇ ਘਰ ਦੇ ਵਿੱਚ ਬਹਾਰ ਨਹੀਂ ਬਲਕਿ ਉਦਾਸੀ ਦਾ ਮੌਸਮ ਹੋਵੇਗਾ। ਇਹ ਖਿਆਲ ਆਉਂਦੇ ਹੀ ਮੇਰਾ ਦਿਲ ਧੜਕਣਾ ਭੁੱਲ ਗਿਆ ਸੀ। ਮੈਂ ਆਪਣੀ ਅੱਜ ਦੀਆਂ ਖੁਸ਼ੀਆਂ ਨੂੰ ਪੁਰਾਣੀਆਂ ਗੱਲਾਂ ਦੇ ਨਾਲ ਖਰਾਬ ਨਹੀਂ ਕਰਨਾ ਚਾਹੁੰਦਾ ਸੀ। ਜੋ ਕੁਝ ਵੀ ਸੀ ਫਿਲਹਾਲ ਮੇਰੇ ਲਈ ਬਹੁਤ ਚੰਗਾ ਸੀ। ਮੈਂ ਹੌਲੀ ਜਿਹੀ ਅੰਦਰ ਦਾਖਲ ਹੋਇਆ। ਮੈਨੂੰ ਪਤਾ ਸੀ ਕਿ ਰਿੰਕੀ ਕਿਸੇ ਨਾ ਕਿਸੇ ਪਾਸਿਓਂ ਨਿਕਲ ਕੇ ਮੇਰੇ ਸਾਹਮਣੇ ਆ ਕੇ ਮੁਸਕਰਾਉਂਦੀ ਹੋਈ ਖੜੀ ਹੋ ਜਾਵੇਗੀ ਅਤੇ ਇਸ ਤਰ੍ਹਾਂ ਹੀ ਹੋਇਆ। ਜਿਵੇਂ ਹੀ ਉਸਨੇ ਮੇਰੀ ਆਵਾਜ਼ ਸੁਣੀ, ਉਹ ਕਿਚਨ ਤੋਂ ਨਿਕਲ ਕੇ ਹੱਸਦੀ ਹੋਈ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ ਸੀ ਕਿ ਜਾ ਰਾਹੁਲ, ਇਸ ਤਰ੍ਹਾਂ ਚੁੱਪਚਾਪ ਘਰ ਦੇ ਵਿੱਚ ਆ ਜਾਂਦੇ ਹੋ। ਉਹ ਹੱਸਦੀ ਹੋਈ ਬੋਲੀ, ਦੇਖੋ ਰਾਹੁਲ, ਮੇਰੀ ਨੱਕ ਕਿੰਨੀ ਤੇਜ਼ ਹੈ। ਮੈਂ ਤੁਹਾਡੀ ਖੁਸ਼ਬੂ ਦੇ ਨਾਲ ਉਸ ਸਮੇਂ ਹੀ ਪਹਿਚਾਣ ਲੈਂਦੀ ਹਾਂ ਕਿ ਤੁਸੀਂ ਆ ਗਏ ਹੋ। ਤੁਸੀਂ ਡਰਾਇੰਗ ਰੂਮ ਦੇ ਵਿੱਚ ਪਹੁੰਚੇ ਨਹੀਂ ਕਿ ਮੈਂ ਪਛਾਣ ਲਿਆ, ਤੁਸੀਂ ਆ ਗਏ ਹੋ। ਮੈਂ ਮੁਸਕਰਾਉਂਦੇ ਹੋਏ ਉਸ ਦੀ ਪਿਆਰੀ ਜਿਹੀ ਮੁਸਕਾਨ ਨੂੰ ਦੇਖਿਆ ਸੀ। ਦਿਲ ਚਾਹੁੰਦਾ ਸੀ ਕਿ ਮੈਂ ਉਸ ਨੂੰ ਗਲ ਦੇ ਨਾਲ ਲਗਾ ਕੇ ਦਿਨ ਭਰ ਦੀ ਥਕਾਵਟ ਉਤਾਰ ਦਿਆਂ, ਪਰ ਮੈਂ ਚਾਹ ਕੇ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ ਸੀ। ਮੈਂ ਆਪਣੇ ਆਪ ਨੂੰ ਸੰਭਾਲਣ ਲੱਗਿਆ ਅਤੇ ਫਿਰ ਮੈਂ ਕਿਹਾ ਕਿ ਮੰਨਣਾ ਪਵੇਗਾ, ਮੇਰੀ ਪਤਨੀ ਦਾ ਨੱਕ ਬਹੁਤ ਤੇਜ਼ ਹੈ। ਮੈਂ ਉਸਦੇ ਛੋਟੇ ਜਿਹੇ ਨੱਕ ਨੂੰ ਛੂਹਿਆ ਸੀ। ਮੁਸਕਰਾਉਂਦੀ ਹੋਈ ਮੇਰੇ ਕਾਲਰ ਨੂੰ ਠੀਕ ਕਰਦੀ ਹੋਈ ਬੋਲੀ, ਤਾਂ ਚਲੋ ਠੀਕ ਹੈ, ਹੁਣ ਜਲਦੀ ਨਾਲ ਫਰੈਸ਼ ਹੋ ਜਾਓ। ਮੈਂ ਤੁਹਾਡੇ ਪਸੰਦ ਦੀ ਬਿਰਿਆਨੀ, ਦਾਲ ਫਰਾਈ ਅਤੇ ਬੂੰਦੀ ਦਾ ਰਾਇਤਾ ਬਣਾਇਆ ਹੈ। ਮੈਨੂੰ ਤਾਂ ਬਹੁਤ ਭੁੱਖ ਲੱਗੀ ਹੈ। ਬਸ ਮੈਂ ਤੁਹਾਡਾ ਇੰਤਜ਼ਾਰ ਕਰ ਰਹੀ ਸੀ। ਜਲਦੀ ਜਾਓ, 5 ਮਿੰਟਾਂ ਦੇ ਵਿੱਚ ਫਰੈਸ਼ ਹੋ ਕੇ ਹੇਠਾਂ ਆ ਜਾਇਓ। ਇਹ ਕਹਿ ਕੇ ਉਹ ਕਿਚਨ ਦੇ ਵਿੱਚ ਚਲੀ ਗਈ ਅਤੇ ਮੈਂ ਕੁਝ ਸਮੇਂ ਤੱਕ ਉੱਥੇ ਹੀ ਖੜਾ ਉਸਦੇ ਬਾਰੇ ਸੋਚਦਾ ਰਿਹਾ। ਫਿਰ ਮੈਂ ਆਪਣੇ ਖਿਆਲਾਂ ਨੂੰ ਦਿਲ ਦੇ ਵਿੱਚੋਂ ਕੱਢ ਦਿੱਤਾ ਅਤੇ ਫਰੈਸ਼ ਹੋਣ ਦੇ ਲਈ ਰੂਮ ਦੇ ਵਿੱਚ ਚਲਾ ਗਿਆ। ਖਾਣਾ ਅਸੀਂ ਬਹੁਤ ਹੀ ਵਧੀਆ ਢੰਗ ਦੇ ਨਾਲ ਖਾਧਾ ਸੀ। ਰਿੰਕੀ ਨੂੰ ਮੇਰੀ ਜ਼ਿੰਦਗੀ ਦੇ ਵਿੱਚ ਆਏ ਹੋਏ ਅਜੇ ਕੁਝ ਹੀ ਮਹੀਨੇ ਹੋਏ ਸਨ ਅਤੇ ਇਹਨਾਂ ਕੁਝ ਹੀ ਮਹੀਨਿਆਂ ਦੇ ਵਿੱਚ ਉਸ ਨੇ ਮੇਰੇ ਘਰ ਨੂੰ ਸਵਰਗ ਬਣਾ ਦਿੱਤਾ ਸੀ। ਮੇਰੀ ਜ਼ਿੰਦਗੀ ਜੋ ਪਹਿਲਾਂ ਬਹੁਤ ਹੀ ਬੇਕਾਰ ਸੀ, ਹੁਣ ਉਹ ਇੱਕ ਰੂਟੀਨ ਦੇ ਵਿੱਚ ਢਲ ਗਈ ਸੀ। ਦਿਨ ਭਰ ਆਫਿਸ ਦੇ ਵਿੱਚ ਬਿਤਾਉਣ ਤੋਂ ਬਾਅਦ ਮੈਂ ਕੁਝ ਘੰਟੇ ਰਿੰਕੀ ਦੇ ਨਾਲ ਬਿਤਾਉਂਦਾ ਸੀ। ਕਦੇ ਅਸੀਂ ਡਰਾਇੰਗ ਰੂਮ ਦੇ ਵਿੱਚ ਬੈਠ ਕੇ ਮੂਵੀ ਦੇਖਦੇ ਅਤੇ ਕਦੇ ਲੌਂਗ ਡਰਾਈਵ ਤੇ ਨਿਕਲ ਜਾਂਦੇ। ਰਸਤੇ ਦੇ ਵਿੱਚ ਉਹ ਆਪਣੀ ਪਸੰਦ ਦੀ ਆਈਸਕ੍ਰੀਮ ਵੀ ਖਾਂਦੀ ਸੀ। ਪਰ ਜਦੋਂ ਅਸੀਂ ਸੌਣ ਦੇ ਲਈ ਬਿਸਤਰੇ ਤੇ ਜਾਂਦੇ ਤਾਂ ਉਹ ਮੇਰੇ ਲਈ ਇੱਕ ਸਖਤ ਇਮਤਿਹਾਨ ਬਣ ਜਾਂਦਾ ਸੀ। ਰਿੰਕੀ ਮੇਰੇ ਨਾਲ ਹੀ ਸੌਂਦੀ ਸੀ। ਜਦੋਂ ਉਹ ਮੇਰੇ ਇੰਨਾ ਜ਼ਿਆਦਾ ਨੇੜੇ ਹੁੰਦੀ ਤਾਂ ਮੇਰੇ ਜਜ਼ਬਾਤ ਕਾਬੂ ਤੋਂ ਬਾਹਰ ਹੋਣ ਲੱਗਦੇ। ਉਸਦਾ ਸੁੰਦਰ ਸਰੀਰ ਮੈਨੂੰ ਭੜਕਾਉਣ ਲੱਗਦਾ। ਮੈਂ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਆਪ ਤੇ ਕਾਬੂ ਕਰਦਾ। ਮੈਂ ਉਸ ਨੂੰ ਛੂਹ ਨਹੀਂ ਸਕਦਾ ਸੀ, ਹਾਲਾਂਕਿ ਉਹ ਮੇਰੇ ਖੁਦ ਨੇੜੇ ਆਉਣ ਦੀ ਕੋਸ਼ਿਸ਼ ਕਰਦੀ ਸੀ। ਜ਼ਾਹਿਰ ਜਿਹੀ ਗੱਲ ਹੈ ਕਿ ਉਹ ਮੇਰੀ ਪਤਨੀ ਸੀ ਅਤੇ ਉਸਦੇ ਮਨ ਦੇ ਵਿੱਚ ਵੀ ਮੇਰੇ ਨੇੜੇ ਆਉਣ ਦੀ ਇੱਛਾ ਹੁੰਦੀ ਹੋਵੇਗੀ। ਪਰ ਹਰ ਰਾਤ ਮੈਂ ਕੋਈ ਨਾ ਕੋਈ ਬਹਾਨਾ ਬਣਾ ਦਿੰਦਾ। ਮੈਂ ਕਹਿੰਦਾ, ਰਿੰਕੀ, ਅੱਜ ਮੈਨੂੰ ਬਹੁਤ ਥਕਾਵਟ ਹੋ ਰਹੀ ਹੈ, ਪਲੀਜ਼ ਆਪਣੇ ਥਾਂ ਤੇ ਜਾ ਕੇ ਸੌਂ ਜਾਓ। ਜਾਂ ਫਿਰ ਮੈਂ ਕਹਿੰਦਾ ਕਿ ਰਿੰਕੀ, ਅੱਜ ਮੇਰਾ ਮੂਡ ਨਹੀਂ ਹੈ, ਆਰਾਮ ਦੇ ਨਾਲ ਸੌਂ ਜਾਓ। ਇਹ ਬਹਾਨੇ ਬਣਾਉਂਦੇ ਬਣਾਉਂਦੇ ਹੁਣ ਮੈਂ ਥੱਕ ਚੁੱਕਿਆ ਸੀ ਅਤੇ ਇੱਕ ਦਿਨ ਮੈਂ ਉਸਨੂੰ ਕਹਿ ਦਿੱਤਾ, ਰਿੰਕੀ, ਮੈਨੂੰ ਇੱਕ ਬਾਬਾ ਜੀ ਮਿਲੇ ਸਨ। ਉਹਨਾਂ ਨੇ ਕਿਹਾ ਸੀ ਕਿ ਸਾਨੂੰ ਕੁਝ ਦਿਨਾਂ ਤੱਕ ਇੱਕ ਦੂਜੇ ਤੋਂ ਦੂਰ ਹੋ ਕੇ ਸੌਣਾ ਚਾਹੀਦਾ ਹੈ, ਨਹੀਂ ਤਾਂ ਸਾਡੇ ਪਿਆਰ ਨੂੰ ਬੁਰੀ ਨਜ਼ਰ ਲੱਗ ਜਾਵੇਗੀ। ਰਿੰਕੀ ਇਹ ਸੁਣ ਕੇ ਬਹੁਤ ਡਰ ਗਈ। ਉਸ ਦਿਨ ਤੋਂ ਰਿੰਕੀ ਮੇਰੇ ਨਾਲ ਮੇਰੇ ਬੈੱਡ ਤੇ ਤਾਂ ਸੌਂਦੀ ਸੀ, ਪਰ ਮੇਰੇ ਤੋਂ ਦੂਰ ਦੂਰ ਰਹਿੰਦੀ ਸੀ। ਹਾਲਾਂਕਿ ਦੂਰ ਤੋਂ ਮੈਨੂੰ ਉਹ ਦੇਖਦੀ ਰਹਿੰਦੀ ਸੀ। ਅੱਜ ਵੀ ਜਦੋਂ ਅਸੀਂ ਬਾਹਰੋਂ ਘਰ ਵਾਪਸ ਆਏ ਅਤੇ ਕਮਰੇ ਦੇ ਵਿੱਚ ਪਹੁੰਚੇ ਤਾਂ ਰਿੰਕੀ ਸਿੱਧਾ ਬਾਥਰੂਮ ਦੇ ਵਿੱਚ ਚਲੀ ਗਈ ਅਤੇ ਜਦੋਂ ਉਹ ਫਰੈਸ਼ ਹੋ ਕੇ ਬਾਹਰ ਆਈ ਤਾਂ ਮੈਂ ਕੁਝ ਪਲ ਦੇ ਲਈ ਉਸਨੂੰ ਦੇਖਦਾ ਰਹਿ ਗਿਆ। ਉਸਨੇ ਅੱਜ ਹਲਕੇ ਬੈਂਗਨੀ ਰੰਗ ਦੀ ਮੈਕਸੀ ਪਾਈ ਹੋਈ ਸੀ ਅਤੇ ਉਸਦੀ ਖੂਬਸੂਰਤੀ ਉਹਦੇ ਕੱਪੜਿਆਂ ਦੇ ਅੰਦਰੋਂ ਦਿਖ ਰਹੀ ਸੀ। ਮੈਂ ਜਲਦੀ ਨਾਲ ਆਪਣੀਆਂ ਨਜ਼ਰਾਂ ਹਟਾਈਆਂ ਸਨ, ਪਰ ਉਹ ਵੀ ਮੈਨੂੰ ਚੋਰੀ ਚੋਰੀ ਦੇਖ ਰਹੀ ਸੀ, ਜਿਵੇਂ ਮੇਰੇ ਹਾਵ ਭਾਵ ਮਹਿਸੂਸ ਕਰ ਰਹੀ ਸੀ। ਮੇਰਾ ਦਿਲ ਬੇਕਾਬੂ ਹੋਣ ਲੱਗਿਆ ਸੀ। ਮੈਂ ਕੋਸ਼ਿਸ਼ ਕੀਤੀ ਕਿ ਮੈਂ ਦੁਬਾਰਾ ਉਸਦੇ ਵੱਲ ਨਾ ਦੇਖਾਂ, ਪਰ ਮੇਰੇ ਅੰਦਰ ਇੱਕ ਹਲਚਲ ਜਿਹੀ ਮੱਚੀ ਹੋਈ ਸੀ ਕਿ ਇੱਕ ਵਾਰ ਮੈਂ ਉਸ ਨੂੰ ਹੋਰ ਦੇਖ ਲਵਾਂ। ਦਿਮਾਗ ਕਹਿ ਰਿਹਾ ਸੀ ਕਿ ਇਹ ਗਲਤ ਹੈ, ਤੁਸੀਂ ਗਲਤ ਕਰ ਰਹੇ ਹੋ।
ਉਹ ਕਿਸੇ ਹੋਰ ਦੀ ਅਮਾਨਤ ਹੈ, ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਪਰ ਦਿਲ ਆਪਣੀ ਜਿੱਦ ਤੇ ਅੜਿਆ ਹੋਇਆ ਸੀ ਅਤੇ ਆਖਿਰਕਾਰ ਦਿਲ ਦੀ ਜਿੱਤ ਹੋ ਗਈ। ਮੈਂ ਦੁਬਾਰਾ ਉਸਦੇ ਵੱਲ ਦੇਖਿਆ ਅਤੇ ਕੁਝ ਪਲਾਂ ਲਈ ਉਸ ਨੂੰ ਦੇਖਦਾ ਰਿਹਾ। ਉਸਦੀ ਨਾਈਟੀ ਦੇ ਕੁਝ ਹਿੱਸੇ ਤੇ ਨੈਟ ਸੀ ਜਿਸ ਦੇ ਵਿੱਚੋਂ ਉਸਦਾ ਗੋਰਾ ਰੰਗ ਸਾਫ਼ ਦਿਖ ਰਿਹਾ ਸੀ। ਰਿੰਕੀ ਦੀਆਂ ਨਜ਼ਰਾਂ ਦੇ ਵਿੱਚ ਅੱਜ ਕੁਝ ਸ਼ਰਾਰਤ ਸੀ। ਉਹ ਮੈਨੂੰ ਸ਼ਰਾਰਤ ਭਰੀ ਮੁਸਕਾਨ ਦੇ ਨਾਲ ਦੇਖ ਰਹੀ ਸੀ। ਜਦੋਂ ਉਹ ਬੈੱਡ ਤੇ ਆਈ ਤਾਂ ਮੈਂ ਜਲਦੀ ਨਾਲ ਆਪਣੇ ਪਾਸੇ ਖਿਸਕ ਗਿਆ ਸੀ ਕਿਉਂਕਿ ਉਹ ਮੇਰੇ ਬਹੁਤ ਜ਼ਿਆਦਾ ਨੇੜੇ ਹੋ ਕੇ ਬੈਠੀ ਸੀ। ਮੈਂ ਕਿਹਾ, ਰਿੰਕੀ ਕੀ ਗੱਲ ਹੈ? ਅੱਜ ਸੌਣ ਦਾ ਮੂਡ ਨਹੀਂ ਹੈ? ਉਸਨੇ ਮੇਰੇ ਅਤੇ ਆਪਣੇ ਵਿਚਕਾਰ ਅੱਜ ਸਰਾਣਾ ਵੀ ਨਹੀਂ ਰੱਖਿਆ ਸੀ। ਮੈਂ ਜਲਦੀ ਨਾਲ ਸਰਾਣਾ ਚੱਕ ਕੇ ਸਾਡੇ ਵਿਚਕਾਰ ਰੱਖ ਦਿੱਤਾ, ਪਰ ਅਗਲੇ ਹੀ ਪਲ ਰਿੰਕੀ ਨੇ ਉਹ ਸਰਾਣਾ ਦੂਰ ਸੁੱਟ ਦਿੱਤਾ ਅਤੇ ਕਹਿਣ ਲੱਗੀ, ਬਸ ਹੁਣ ਬਹੁਤ ਹੋ ਗਿਆ। ਹੁਣ ਇਹ ਦੂਰੀ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ। ਪਤਾ ਹੈ ਰਾਹੁਲ, 19 ਤਰੀਕ ਹੈ। ਬਾਬਾ ਜੀ ਦੇ ਕਹੇ ਅਨੁਸਾਰ ਇਹ 31ਵਾਂ ਦਿਨ ਹੈ, ਮਤਲਬ ਕਿ ਹੁਣ ਅਸੀਂ ਇੱਕ ਦੂਜੇ ਦੇ ਨੇੜੇ ਆ ਸਕਦੇ ਹਾਂ। ਕੋਈ ਵੀ ਰੋਕ ਟੋਕ ਨਹੀਂ ਹੈ। ਉਸ ਦੀ ਆਵਾਜ਼ ਦੇ ਵਿੱਚ ਇੱਕ ਤੜਫ ਸੀ। ਕਹਿਣ ਲੱਗੀ, ਤੁਸੀਂ ਕੀ ਜਾਣਦੇ ਹੋ ਰਾਹੁਲ, ਮੈਂ 30 ਦਿਨ ਕਿਵੇਂ ਤੜਫ ਕੇ ਗੁਜ਼ਾਰੇ ਹਨ। ਹੁਣ ਮੈਂ ਤੁਹਾਡੇ ਤੋਂ ਹੋਰ ਜ਼ਿਆਦਾ ਦੂਰ ਨਹੀਂ ਰਹਿ ਸਕਦੀ। ਅਤੇ ਕਹਿੰਦੇ ਹੋਏ ਉਸਨੇ ਮੇਰਾ ਹੱਥ ਚੱਕਿਆ ਅਤੇ ਆਪਣੇ ਸਿਰ ਦੇ ਹੇਠਾਂ ਲੈ ਕੇ ਪੈ ਗਈ ਅਤੇ ਫਿਰ ਮੈਨੂੰ ਆਪਣੇ ਨੇੜੇ ਖਿੱਚ ਲਿਆ। ਉਹ ਬਿਲਕੁਲ ਮੇਰੇ ਨੇੜੇ ਹੋ ਕੇ ਪਈ ਸੀ। ਮੇਰਾ ਦਿਲ ਇਸ ਤਰ੍ਹਾਂ ਧੜਕਣ ਲੱਗਿਆ ਜਿਵੇਂ ਹੁਣੇ ਹੀ ਛਾਤੀ ਤੋਂ ਬਾਹਰ ਆ ਜਾਵੇਗਾ। ਇਹ ਪਹਿਲੀ ਵਾਰ ਸੀ ਕਿ ਰਿੰਕੀ ਮੇਰੇ ਇੰਨੇ ਜ਼ਿਆਦਾ ਨੇੜੇ ਸੀ। ਮੈਂ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਆਪ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਦਿਲ ਕਹਿੰਦਾ ਸੀ ਕਿ ਅੱਜ ਕੋਈ ਗੁਨਾਹ ਕਰ ਹੀ ਦਿਓ। ਜਦੋਂ ਉਹ ਖੁਦ ਤੁਹਾਡੇ ਨੇੜੇ ਆਈ ਹੈ ਤਾਂ ਕੀ ਫਰਕ ਪੈਂਦਾ ਹੈ? ਪਰ ਮੇਰਾ ਦਿਮਾਗ ਮੈਨੂੰ ਸਮਝਾ ਰਿਹਾ ਸੀ ਕਿ ਜੇਕਰ ਤੂੰ ਉਸ ਨੂੰ ਛੂਹ ਲਿਆ ਤਾਂ ਉਹ ਪੂਰੀ ਜ਼ਿੰਦਗੀ ਤੈਨੂੰ ਮਾਫ਼ ਨਹੀਂ ਕਰੇਗੀ, ਬਲਕਿ ਤੁਸੀਂ ਵੀ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਸਕੋਗੇ। ਇੱਕ ਵਾਰ ਗਲਤੀ ਤੁਸੀਂ ਪਹਿਲਾਂ ਹੀ ਕਰ ਦਿੱਤੀ ਹੈ। ਜੇਕਰ ਦੂਜੀ ਗਲਤੀ ਕਰ ਦਿੱਤੀ ਤਾਂ ਤੁਸੀਂ ਉਸ ਦੀ ਨਫ਼ਰਤ ਦੇ ਕਾਬਿਲ ਵੀ ਨਹੀਂ ਰਹੋਗੇ। ਪਹਿਲੀ ਗਲਤੀ ਨੂੰ ਤਾਂ ਸ਼ਾਇਦ ਉਹ ਤੁਹਾਡੀ ਗਲਤੀ ਸਮਝ ਕੇ ਮਾਫ਼ ਕਰ ਦੇਵੇ। ਜੇਕਰ ਦੂਜੀ ਗਲਤੀ ਜਾਣ ਬੁੱਝ ਕੇ ਕਰੋਗੇ ਤਾਂ ਉਹ ਇਸ ਗਲਤੀ ਨੂੰ ਕਦੇ ਮਾਫ਼ ਨਹੀਂ ਕਰੇਗੀ। ਮੈਂ ਅੰਦਰ ਹੀ ਅੰਦਰ ਇਹ ਜੰਗ ਲੜ ਰਿਹਾ ਸੀ, ਪਰ ਰਿੰਕੀ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ। ਪਰ ਮੇਰੀ ਜ਼ਿੰਦਗੀ ਸੀ। ਇਹਨਾਂ ਕੁਝ ਮਹੀਨਿਆਂ ਦੇ ਵਿੱਚ ਹੀ ਉਹ ਮੇਰੀ ਪੂਰੀ ਦੁਨੀਆ ਬਣ ਚੁੱਕੀ ਸੀ। ਮੈਂ ਹੌਲੀ ਜਿਹੀ ਉਸਦਾ ਹੱਥ ਆਪਣੀ ਛਾਤੀ ਤੋਂ ਚੱਕਿਆ। ਮੈਂ ਕਿਹਾ, ਰਿੰਕੀ ਤੁਹਾਨੂੰ ਇੰਨੀ ਜਲਦਬਾਜ਼ੀ ਕਿਉਂ ਹੈ? ਅਸੀਂ ਕਿਤੇ ਜਾ ਤਾਂ ਨਹੀਂ ਰਹੇ। ਮੈਂ ਤੁਹਾਡਾ ਪਤੀ ਹਾਂ, ਹਮੇਸ਼ਾ ਲਈ ਤੁਹਾਡੇ ਨਾਲ ਰਹਾਂਗਾ। ਪਰ ਰਿੰਕੀ ਅੱਜ ਮੈਂ ਕਿਸੇ ਜਿੱਦੀ ਬੱਚੇ ਦੀ ਤਰ੍ਹਾਂ ਬਣ ਗਈ ਸੀ। ਉਸਨੇ ਝੱਟ ਆਪਣਾ ਹੱਥ ਚੱਕ ਕੇ ਫਿਰ ਮੇਰੀ ਛਾਤੀ ਤੇ ਰੱਖ ਦਿੱਤਾ ਅਤੇ ਬੋਲੀ, ਨਹੀਂ ਰਾਹੁਲ, ਮੈਂ ਹੁਣ ਤੁਹਾਡੇ ਤੋਂ ਹੋਰ ਦੂਰ ਨਹੀਂ ਰਹਿ ਸਕਦੀ। ਤੁਹਾਡੇ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ। ਉਸ ਦੀ ਗੱਲ ਸੁਣ ਕੇ ਮੈਂ ਇੱਕ ਡੂੰਘਾ ਸਾਹ ਲਿਆ ਅਤੇ ਆਪਣੇ ਆਪ ਨੂੰ ਸ਼ਾਂਤ ਕੀਤਾ ਤੇ ਫਿਰ ਮੈਂ ਜਲਦੀ ਨਾਲ ਉੱਠ ਕੇ ਬੈਠ ਗਿਆ। ਰਿੰਕੀ ਵੀ ਉੱਠ ਕੇ ਬੈਠ ਗਈ ਸੀ। ਉਸਨੇ ਸਰਾਣਾ ਚੱਕ ਕੇ ਆਪਣੀ ਗੋਦੀ ਦੇ ਵਿੱਚ ਰੱਖ ਲਿਆ। ਮੇਰੀ ਇਸ ਹਰਕਤ ਤੇ ਉਸ ਦਾ ਚਿਹਰਾ ਨਾਰਾਜ਼ਗੀ ਦੇ ਨਾਲ ਫੁੱਲ ਗਿਆ ਸੀ। ਮੈਂ ਉਸ ਨੂੰ ਸਮਝਾਉਂਦੇ ਹੋਏ ਕਿਹਾ, ਰਿੰਕੀ ਦੇਖੋ ਪਲੀਜ਼, ਨਾਰਾਜ਼ ਨਾ ਹੋ। ਮੈਂ ਜਾਣਦਾ ਹਾਂ ਕਿ ਤੁਸੀਂ ਮੇਰੇ ਨਾਲ ਬਹੁਤ ਪਿਆਰ ਕਰਦੇ ਹੋ। ਮੈਂ ਵੀ ਤੁਹਾਡੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ। ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਬਿਨਾਂ ਮੈਨੂੰ ਸਕੂਨ ਮਿਲਦਾ ਹੈ? ਮੇਰਾ ਵੀ ਦਿਲ ਚਾਹੁੰਦਾ ਹੈ ਕਿ ਮੈਂ ਤੁਹਾਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਕੇ ਆਰਾਮ ਦੇ ਨਾਲ ਸੌਂ ਜਾਵਾਂ, ਪਰ ਤੁਹਾਨੂੰ ਗਵਾਉਣ ਤੋਂ ਮੈਨੂੰ ਡਰ ਲੱਗਦਾ ਹੈ ਕਿਉਂਕਿ ਬਾਬਾ ਜੀ ਨੇ ਕਿਹਾ ਸੀ ਕਿ ਸਾਨੂੰ ਘੱਟੋ ਘੱਟ ਪੂਰੇ 30 ਦਿਨ ਤੱਕ ਇੱਕ ਦੂਜੇ ਤੋਂ ਦੂਰ ਰਹਿਣਾ ਚਾਹੀਦਾ ਹੈ। ਮੈਂ ਉਸਦੇ ਵੱਲ ਦੇਖਿਆ। ਉਹ ਗੁੱਸੇ ਦੇ ਨਾਲ ਮੂੰਹ ਫੁਲਾ ਕੇ ਬੈਠੀ ਸੀ। ਮੈਂ ਕਿਹਾ, ਰਿੰਕੀ ਅੱਜ ਦੀ ਰਾਤ ਮੈਨੇਜ ਕਰ ਲਓ। ਕੱਲ ਮੈਂ ਬਾਬਾ ਜੀ ਨਾਲ ਫਿਰ ਮਿਲਾਂਗਾ ਅਤੇ ਉਹਨਾਂ ਨੂੰ ਫਿਰ ਪੁੱਛਾਂਗਾ ਕਿ ਕੀ ਅਸੀਂ ਇੱਕ ਦੂਜੇ ਦੇ ਨੇੜੇ ਆ ਸਕਦੇ ਹਾਂ। ਉਸ ਤੋਂ ਬਾਅਦ ਹੀ ਅਸੀਂ ਅੱਗੇ ਵਧਾਂਗੇ। ਸ਼ਾਇਦ ਉਸਨੂੰ ਮੇਰੀ ਗੱਲ ਸਮਝ ਦੇ ਵਿੱਚ ਆ ਗਈ ਸੀ ਕਿਉਂਕਿ ਉਸਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆ ਗਈ ਸੀ। ਉਸਨੇ ਮੇਰੇ ਵੱਲ ਦੇਖਦੇ ਹੋਏ ਕਿਹਾ, ਠੀਕ ਹੈ ਰਾਹੁਲ, ਮੈਂ ਤੁਹਾਡੇ ਲਈ ਕੁਝ ਵੀ ਕਰ ਸਕਦੀ ਹਾਂ, ਪਰ ਮੈਂ ਤੁਹਾਨੂੰ ਗਵਾਉਣਾ ਨਹੀਂ ਚਾਹੁੰਦੀ। ਉਸਨੇ ਦੁਬਾਰਾ ਤੋਂ ਸਰਾਣਾ ਆਪਣੇ ਵਿਚਕਾਰ ਰੱਖ ਲਿਆ ਅਤੇ ਇੱਕ ਡੂੰਘਾ ਸਾਹ ਲੈ ਕੇ ਲੇਟ ਗਈ। ਥੋੜੇ ਸਮੇਂ ਦੇ ਵਿੱਚ ਹੀ ਰਿੰਕੀ ਗੂੜੀ ਨੀਂਦ ਸੌਂ ਚੁੱਕੀ ਸੀ, ਪਰ ਮੈਂ ਬੈੱਡ ਦੇ ਇੱਕ ਪਾਸੇ ਪਿਆ ਰਿਹਾ। ਨੀਂਦ ਮੇਰੀਆਂ ਅੱਖਾਂ ਤੋਂ ਬਹੁਤ ਦੂਰ ਸੀ। 5 ਮਹੀਨੇ ਪਹਿਲਾਂ ਹੋਈ ਉਹ ਘਟਨਾ ਮੇਰੇ ਦਿਮਾਗ ਦੇ ਵਿੱਚ ਘੁੰਮਣ ਲੱਗੀ ਅਤੇ ਮੇਰੇ ਸਿਰ ਦੇ ਵਿੱਚ ਤੇਜ਼ ਦਰਦ ਹੋਣ ਲੱਗਿਆ। ਮੈਨੂੰ ਜਦੋਂ ਸਕੂਨ ਨਾ ਮਿਲਿਆ ਤਾਂ ਮੈਂ ਉੱਠ ਕੇ ਬਾਲਕੋਨੀ ਦੇ ਵਿੱਚ ਚਲਾ ਗਿਆ। ਬਾਹਰ ਦੀ ਠੰਡੀ ਤਾਜ਼ਾ ਹਵਾ ਦੇ ਨਾਲ ਵੀ ਮੈਨੂੰ ਰਾਹਤ ਨਹੀਂ ਮਿਲ ਰਹੀ ਸੀ। ਮੈਂ ਇੱਕ ਸਿਗਰਟ ਕੱਢੀ ਤੇ ਫਿਰ ਉਸ ਨੂੰ ਪੀਣ ਲੱਗਿਆ, ਪਰ ਫਿਰ ਵੀ ਮੈਨੂੰ ਸਕੂਨ ਨਹੀਂ ਮਿਲ ਰਿਹਾ ਸੀ। ਬਾਰ-ਬਾਰ ਉਹ 5 ਮਹੀਨੇ ਪਹਿਲਾਂ ਦਾ ਹੋਇਆ ਹਾਦਸਾ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗਿਆ। ਮੈਂ ਥੱਕ ਹਾਰ ਕੇ ਉੱਥੇ ਹੀ ਕੁਰਸੀ ਤੇ ਬੈਠ ਗਿਆ ਅਤੇ ਆਪਣਾ ਸਿਰ ਪਿੱਛੇ ਕੁਰਸੀ ਦੇ ਨਾਲ ਲਾ ਲਿਆ
ਅਤੇ ਅੱਖਾਂ ਬੰਦ ਕਰਕੇ ਉਸ ਘਟਨਾ ਨੂੰ ਯਾਦ ਕਰਨ ਲੱਗਿਆ। ਮੈਂ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਕੰਮ ਕਰਦਾ ਸੀ। ਮੇਰੀ ਸੈਲਰੀ ਚੰਗੀ ਸੀ ਅਤੇ ਮੇਰੇ ਪਰਿਵਾਰ ਦਾ ਬੈਕਗ੍ਰਾਉਂਡ ਵੀ ਬਹੁਤ ਮਜ਼ਬੂਤ ਸੀ, ਪਰ ਪਾਪਾ ਨੇ ਇਸ ਦੁਨੀਆ ਤੋਂ ਜਾਂਦੇ ਸਮੇਂ ਸਾਡੇ ਲਈ ਕਾਫੀ ਕੁਝ ਛੱਡ ਦਿੱਤਾ ਸੀ। ਮੇਰਾ ਵੱਡਾ ਭਰਾ ਦੁਬਈ ਦੇ ਵਿੱਚ ਨੌਕਰੀ ਕਰਦਾ ਸੀ। ਉਹਨਾਂ ਦਿਨਾਂ ਦੇ ਵਿੱਚ ਉਸਦੀ ਪਤਨੀ ਦੀ ਡਿਲੀਵਰੀ ਦਾ ਸਮਾਂ ਨੇੜੇ ਆ ਰਿਹਾ ਸੀ ਤਾਂ ਮੇਰੀ ਮਾਂ ਉਸਦੇ ਕੋਲ ਚਲੀ ਗਈ ਸੀ। ਹੁਣ ਘਰ ਦੇ ਵਿੱਚ ਮੈਂ ਇਕੱਲਾ ਸੀ। ਹਾਲਾਂਕਿ ਸਾਡੇ ਘਰ ਦੇ ਵਿੱਚ ਇੱਕ ਮੇਡ ਸੀ ਜੋ ਸਾਡੇ ਘਰ ਦਾ ਸਾਰਾ ਕੰਮ ਸੰਭਾਲਦੀ ਸੀ, ਪਰ ਜਦੋਂ ਮਾਂ ਗਈ ਸੀ ਮੈਂ ਉਸ ਨੂੰ ਮਨਾ ਕਰ ਦਿੱਤਾ ਸੀ ਕਿਉਂਕਿ ਮੇਰੇ ਆਉਣ ਜਾਣ ਦਾ ਕੋਈ ਪੱਕਾ ਸਮਾਂ ਨਹੀਂ ਹੁੰਦਾ ਸੀ। ਜਦੋਂ ਤੱਕ ਮਾਂ ਮੇਰੇ ਨਾਲ ਸੀ ਤਾਂ ਮੈਨੂੰ ਸਮੇਂ ਸਿਰ ਘਰ ਆਉਣਾ ਪੈਂਦਾ ਸੀ ਕਿਉਂਕਿ ਮੇਰੀ ਮਾਂ ਹਮੇਸ਼ਾ ਮੈਨੂੰ ਸਮੇਂ ਤੇ ਘਰ ਵਾਪਸ ਮੁੜਨ ਦੇ ਲਈ ਕਹਿੰਦੀ ਸੀ। ਜਦੋਂ ਦਾ ਮੇਰੇ ਪਾਪਾ ਦਾ ਐਕਸੀਡੈਂਟ ਹੋਇਆ ਸੀ ਅਤੇ ਉਹਨਾਂ ਦੀ ਉਸ ਐਕਸੀਡੈਂਟ ਦੇ ਵਿੱਚ ਮੌਤ ਹੋਈ ਸੀ ਤਾਂ ਮਾਂ ਛੋਟੀ ਛੋਟੀ ਗੱਲ ਤੇ ਘਬਰਾ ਜਾਂਦੀ ਸੀ। ਮੈਂ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ, ਇਸ ਕਰਕੇ ਮੈਂ ਟਾਈਮ ਤੇ ਘਰ ਆ ਜਾਂਦਾ ਸੀ। ਪਰ ਜਦੋਂ ਤੋਂ ਮਾਂ ਦੁਬਈ ਗਈ ਸੀ ਤਾਂ ਮੈਨੂੰ ਥੋੜੀ ਖੁੱਲ੍ਹ ਮਿਲੀ ਸੀ। ਹੁਣ ਮੈਂ ਆਪਣੇ ਦੋਸਤਾਂ ਦੇ ਨਾਲ ਅੱਧੀ ਰਾਤ ਤੱਕ ਬਾਹਰ ਰਹਿੰਦਾ, ਮਜ਼ੇ ਕਰਦਾ। ਉਸ ਰਾਤ ਵੀ ਮੈਂ ਆਫਿਸ ਤੋਂ ਛੁੱਟੀ ਦੇ ਬਾਅਦ ਆਪਣੇ ਦੋਸਤਾਂ ਦੇ ਨਾਲ ਕਲੱਬ ਚਲਾ ਗਿਆ ਸੀ। ਉੱਥੇ ਅਸੀਂ ਰਾਤ ਦੇ 2 ਵਜੇ ਤੱਕ ਬਹੁਤ ਮਜ਼ੇ ਲਏ ਸੀ। ਸਾਰਿਆਂ ਨੇ ਮਿਲ ਕੇ ਸ਼ਰਾਬ ਵੀ ਪੀਤੀ ਸੀ ਅਤੇ ਮੈਂ ਕੁਝ ਜ਼ਿਆਦਾ ਹੀ ਪੀ ਲਈ ਸੀ। ਰਾਤ ਦੇ 2:30 ਵਜੇ ਅਸੀਂ ਘਰ ਵਾਪਸ ਆਉਣ ਲੱਗੇ ਤਾਂ ਮੇਰਾ ਦੋਸਤ ਅਮਿਤ ਡਰਾਈਵਿੰਗ ਕਰ ਰਿਹਾ ਸੀ ਕਿਉਂਕਿ ਉਸਨੇ ਥੋੜੀ ਘੱਟ ਪੀਤੀ ਸੀ ਅਤੇ ਉਹ ਹੋਸ਼ ਦੇ ਵਿੱਚ ਸੀ। ਉਸਨੇ ਸਾਰਿਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਛੱਡਿਆ ਅਤੇ ਆਖਰ ਦੇ ਵਿੱਚ ਮੈਂ ਬਚਿਆ ਸੀ। ਮਿਤ ਨੇ ਮੈਨੂੰ ਕਿਹਾ, ਰਾਹੁਲ ਤੁਹਾਡੀ ਹਾਲਤ ਠੀਕ ਨਹੀਂ ਹੈ, ਚੱਲ ਮੈਂ ਤੁਹਾਨੂੰ ਤੇਰੇ ਘਰ ਛੱਡ ਦਿੰਦਾ ਹਾਂ। ਪਰ ਮੈਂ ਉਸਨੂੰ ਮਨਾ ਕਰ ਦਿੱਤਾ। ਉਹ ਵਿਆਹਿਆ ਹੋਇਆ ਸੀ ਅਤੇ ਉਸਦੀ ਪਤਨੀ ਦਾ ਬਾਰ-ਬਾਰ ਫੋਨ ਆ ਰਿਹਾ ਸੀ। ਮੈਂ ਉਸਨੂੰ ਕਿਹਾ ਕਿ ਤੂੰ ਆਪਣੇ ਘਰ ਜਾ, ਮੈਂ ਦੇਖ ਲਵਾਂਗਾ। ਜੇਕਰ ਤੂੰ ਥੋੜੀ ਦੇਰ ਹੋਰ ਕੀਤੀ ਤਾਂ ਭਾਬੀ ਤੈਨੂੰ ਘਰ ਦੇ ਵਿੱਚ ਵੜਨ ਨਹੀਂ ਦੇਵੇਗੀ। ਮੇਰੀ ਗੱਲ ਤੇ ਅਮਿਤ ਵੀ ਹੱਸ ਪਿਆ ਸੀ ਅਤੇ ਮਜਬੂਰੀ ਦੇ ਵਿੱਚ ਅਮਿਤ ਨੇ ਮੈਨੂੰ ਚਾਬੀ ਦੇ ਦਿੱਤੀ। ਮੈਂ ਗੱਡੀ ਸੰਭਾਲ ਲਈ ਅਤੇ ਪ੍ਰਮਾਤਮਾ ਦਾ ਨਾਂ ਲੈ ਕੇ ਗੱਡੀ ਚਲਾਈ। ਪਰ ਮੇਰੀ ਕਿਸਮਤ ਉਸ ਰਾਤ ਖਰਾਬ ਸੀ। ਗੱਡੀ ਚਲਾਉਂਦੇ ਸਮੇਂ ਅਚਾਨਕ ਮੇਰੀਆਂ ਅੱਖਾਂ ਕੁਝ ਸਮੇਂ ਦੇ ਲਈ ਬੰਦ ਹੋਈਆਂ ਅਤੇ ਗੱਡੀ ਰੌਂਗ ਸਾਈਡ ਦੇ ਵਿੱਚ ਚਲੀ ਗਈ। ਸਾਹਮਣੇ ਤੋਂ ਆ ਰਹੀ ਗੱਡੀ ਦੇ ਨਾਲ ਇੰਨੀ ਜ਼ੋਰਦਾਰ ਟੱਕਰ ਹੋਈ ਸੀ ਕਿ ਉਹ ਗੱਡੀ ਉਛਲ ਕੇ ਖਾਈ ਦੇ ਵਿੱਚ ਡਿੱਗ ਗਈ। ਮੇਰੀ ਗੱਡੀ ਵੀ ਬੁਰੀ ਤਰ੍ਹਾਂ ਭੰਨੀ ਗਈ ਸੀ ਪਰ ਦਰੱਖਤਾਂ ਦੇ ਕਾਰਨ ਖਾਈ ਦੇ ਵਿੱਚ ਡਿੱਗਣ ਤੋਂ ਬਚ ਗਈ ਸੀ। ਮੇਰਾ ਸਿਰ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕਿਆ ਸੀ, ਖੂਨ ਵੀ ਵਹਿਣ ਲੱਗਿਆ ਸੀ। ਕੁਝ ਸਮੇਂ ਦੇ ਲਈ ਮੈਂ ਵੀ ਬੇਹੋਸ਼ ਹੋਣ ਲੱਗਾ ਸੀ ਪਰ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਸੀ। ਖਾਈ ਦੇ ਵਿੱਚੋਂ ਕੁਝ ਸਮੇਂ ਦੇ ਲਈ ਚੀਕਾਂ ਆਈਆਂ ਸਨ, ਫਿਰ ਇੱਕਦਮ ਚੁੱਪੀ ਛਾ ਗਈ ਸੀ। ਮੈਂ ਜਿਵੇਂ ਤਿਵੇਂ ਆਪਣੇ ਆਪ ਨੂੰ ਸੰਭਾਲਿਆ। ਮੈਂ ਬਹੁਤ ਜ਼ਿਆਦਾ ਘਬਰਾ ਰਿਹਾ ਸੀ। ਜੀ ਚਾਹੁੰਦਾ ਸੀ ਕਿ ਮੈਂ ਸਭ ਕੁਝ ਛੱਡ ਕੇ ਇੱਥੋਂ ਭੱਜ ਜਾਵਾਂ। ਜੇਕਰ ਮੈਂ ਇੱਥੇ ਕੁਝ ਸਮਾਂ ਹੋਰ ਰੁਕਦਾ ਤਾਂ ਮੈਂ ਇੱਕ ਵੱਡੀ ਮੁਸੀਬਤ ਦੇ ਵਿੱਚ ਪੈ ਸਕਦਾ ਸੀ। ਵੈਸੇ ਜਿਸ ਰੋਡ ਤੇ ਸਾਡਾ ਐਕਸੀਡੈਂਟ ਹੋਇਆ ਸੀ ਉਹ ਰੋਡ ਇੱਕਦਮ ਸੁੰਨਸਾਨ ਸੀ। ਦਿਨ ਦੇ ਸਮੇਂ ਵੀ ਇਹ ਰੋਡ ਸ਼ਾਂਤੀ ਰਹਿੰਦੀ ਸੀ, ਪਰ ਹੁਣ ਤਾਂ ਰਾਤ ਦੇ 3 ਵਜੇ ਹੋਏ ਸਨ। ਗੱਡੀਆਂ ਰੋਡ ਤੇ ਬਿਲਕੁਲ ਵੀ ਨਹੀਂ ਸਨ। ਮੈਂ ਚਾਰੇ ਪਾਸੇ ਦੇਖਿਆ, ਚਾਰੇ ਪਾਸੇ ਸ਼ਾਂਤੀ ਸੀ। ਮੈਂ ਜਲਦੀ ਨਾਲ ਉੱਥੋਂ ਨਿਕਲਣ ਦੇ ਬਾਰੇ ਸੋਚਣ ਲੱਗ ਗਿਆ। ਮੈਂ ਆਪਣੀ ਗੱਡੀ ਚੈੱਕ ਕੀਤੀ ਤਾਂ ਮੇਰੀ ਗੱਡੀ ਇਸ ਹਾਲਤ ਦੇ ਵਿੱਚ ਸੀ ਕਿ ਮੈਂ ਇਸ ਨਾਲ ਇੱਥੋਂ ਨਹੀਂ ਨਿਕਲ ਸਕਦਾ ਸੀ। ਫਿਰ ਮੇਰੀ ਜ਼ਮੀਰ ਨੇ ਮੈਨੂੰ ਲਲਕਾਰਨਾ ਸ਼ੁਰੂ ਕੀਤਾ ਕਿ ਹੋ ਸਕਦਾ ਹੈ ਜੇਕਰ ਮੈਂ ਇਹਨਾਂ ਨੂੰ ਟਾਈਮ ਸਿਰ ਹਸਪਤਾਲ ਪਹੁੰਚਾ ਦੇਵਾਂ ਤਾਂ ਇਹਨਾਂ ਦੀ ਜਾਨ ਬਚ ਜਾਵੇ। ਇਹੀ ਸੋਚ ਕੇ ਮੈਂ ਹੇਠਾਂ ਖਾਈ ਦੇ ਵਿੱਚ ਉਤਰ ਗਿਆ ਸੀ। ਮੈਂ ਮੋਬਾਈਲ ਦੀ ਟਾਰਚ ਜਗਾ ਕੇ ਹੇਠਾਂ ਦੇਖਿਆ ਤਾਂ ਗੱਡੀ ਦੀ ਹਾਲਤ ਬਹੁਤ ਖਰਾਬ ਸੀ। ਖਿੜਕੀ ਦੇ ਵਿੱਚੋਂ ਝਾਕ ਕੇ ਦੇਖਿਆ ਤਾਂ ਅੰਦਰ 2 ਲੋਕ ਸਨ। ਗੱਡੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਮੈਂ ਜਲਦੀ ਨਾਲ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਥੋੜੇ ਸਮੇਂ ਦੇ ਵਿੱਚ ਅਸੀਂ ਹਸਪਤਾਲ ਪਹੁੰਚ ਚੁੱਕੇ ਸੀ। ਗੱਡੀ ਇੱਕ ਲੜਕਾ ਚਲਾ ਰਿਹਾ ਸੀ ਅਤੇ ਉਹ ਲੜਕਾ ਉੱਥੇ ਮੌਕੇ ਤੇ ਹੀ ਦਮ ਤੋੜ ਚੁੱਕਿਆ ਸੀ ਅਤੇ ਲੜਕੀ ਦੀ ਹਾਲਤ ਵੀ ਬਹੁਤ ਨਾਜ਼ੁਕ ਸੀ। ਉਸ ਰਾਤ ਮੇਰਾ ਮਨ ਬਹੁਤ ਜ਼ਿਆਦਾ ਬੇਚੈਨ ਸੀ। ਮੈਂ ਪੁਲਿਸ ਦੇ ਸਾਹਮਣੇ ਜਾ ਕੇ ਸਵੀਕਾਰ ਕਰ ਲਿਆ ਕਿ ਇਹ ਗੱਡੀ ਦਾ ਐਕਸੀਡੈਂਟ ਮੇਰੀ ਗਲਤੀ ਦੇ ਕਾਰਨ ਹੋਇਆ ਸੀ। ਪੁਲਿਸ ਨੇ ਮੈਨੂੰ ਗ੍ਰਿਫਤਾਰ ਕਰ ਲਿਆ। ਮੈਂ ਆਪਣੇ ਭਰਾ ਨੂੰ ਫੋਨ ਕਰ ਦਿੱਤਾ ਸੀ। ਭਰਾ ਦੀ ਪੁਲਿਸ ਦੇ ਵਿੱਚ ਚੰਗੀ ਜਾਣ ਪਛਾਣ ਸੀ ਅਤੇ ਇਸ ਤਰ੍ਹਾਂ ਭਰਾ ਦੇ ਕਾਰਨ ਮੈਨੂੰ ਅਗਲੀ ਸਵੇਰ ਛੱਡ ਦਿੱਤਾ ਗਿਆ ਸੀ, ਪਰ ਮੇਰਾ ਦਿਲ ਅਜੇ ਵੀ ਬੁਰੀ ਤਰ੍ਹਾਂ ਬੇਚੈਨ ਸੀ। ਇਸ ਘਟਨਾ ਨੇ ਮੈਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਸੀ। ਮੇਰਾ ਦਿਲ ਹਰ ਸਮੇਂ ਮੈਨੂੰ ਸ਼ਰਮਿੰਦਾ ਕਰਦਾ ਸੀ। ਮੇਰੀ ਵਜ੍ਹਾ ਦੇ ਕਾਰਨ 2 ਹੱਸਦੇ ਖੇਡਦੇ ਇਨਸਾਨ ਆਪਸ ਦੇ ਵਿੱਚੋਂ ਅਲੱਗ ਹੋ ਗਏ ਸਨ। ਉਹ ਦੋਵੇਂ ਪਤੀ ਪਤਨੀ ਸਨ ਕਿਉਂਕਿ ਉਸਦੇ ਗਲ ਦੇ ਵਿੱਚ ਮੰਗਲ ਸੂਤਰ ਪਾਇਆ ਹੋਇਆ ਸੀ। ਉਸ ਲੜਕੀ ਨੂੰ ਅਜੇ ਤੱਕ ਹੋਸ਼ ਨਹੀਂ ਆਇਆ ਸੀ ਅਤੇ ਉਸਦੇ ਘਰ ਵਾਲਿਆਂ ਦਾ ਵੀ ਕੁਝ ਪਤਾ ਨਹੀਂ ਲੱਗ ਰਿਹਾ ਸੀ। ਮੈਂ ਰੋਜ਼ ਹਸਪਤਾਲ ਜਾਂਦਾ ਸੀ ਅਤੇ ਉਸਦੀ
ਸੁੱਖ ਸਾਂਦ ਵੀ ਪੁੱਛਦਾ ਸੀ। ਜਿਵੇਂ ਤਿਵੇਂ ਪੁਲਿਸ ਨੇ ਉਸਦੀ ਜਾਂਚ ਕੀਤੀ ਸੀ। ਉਹ ਇਸ ਸ਼ਹਿਰ ਦੇ ਵਿੱਚ ਕੁਝ ਮਹੀਨੇ ਪਹਿਲਾਂ ਰਹਿਣ ਦੇ ਲਈ ਆਈ ਸੀ। ਕੁਝ ਮਹੀਨੇ ਪਹਿਲਾਂ ਆਏ ਇਹਨਾਂ ਲੋਕਾਂ ਦੇ ਬਾਰੇ ਗਵਾਂਢੀਆਂ ਨੇ ਦੱਸਿਆ। ਇਹਨਾਂ ਨੇ ਸ਼ਾਇਦ ਲਵ ਮੈਰਿਜ ਕੀਤੀ ਸੀ। ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਮਿਲਣ ਦੇ ਲਈ ਨਹੀਂ ਆਉਂਦੇ ਸਨ ਅਤੇ ਨਾ ਹੀ ਇਹ ਲੋਕ ਜ਼ਿਆਦਾ ਕਿਸੇ ਨਾਲ ਮਿਲਦੇ ਜੁਲਦੇ ਸਨ। ਫਿਲਹਾਲ ਲੜਕੀ ਦੀ ਹਾਲਤ ਬਹੁਤ ਖਰਾਬ ਸੀ ਅਤੇ ਡਾਕਟਰ ਨੇ ਦੱਸਿਆ ਸੀ ਕਿ ਉਹ ਕੋਮਾ ਦੇ ਵਿੱਚ ਜਾ ਚੁੱਕੀ ਹੈ। ਮੈਨੂੰ ਇਹ ਸੁਣ ਕੇ ਇੱਕਦਮ ਧੱਕਾ ਜਿਹਾ ਲੱਗਿਆ ਸੀ। ਮੇਰੀ ਇੱਕ ਛੋਟੀ ਜਿਹੀ ਗਲਤੀ ਨੇ ਹੱਸਦੇ ਖੇਡਦੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ ਸੀ ਅਤੇ ਪੂਰੇ 8 ਦਿਨਾਂ ਬਾਅਦ ਉਹ ਲੜਕੀ ਹੋਸ਼ ਦੇ ਵਿੱਚ ਆਈ ਸੀ। ਡਾਕਟਰ ਦਾ ਫੋਨ ਆਉਂਦੇ ਹੀ ਮੈਂ ਤੁਰੰਤ ਹਸਪਤਾਲ ਪਹੁੰਚ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਉਹ ਲੜਕੀ ਆਪਣੀ ਯਾਦਾਸ਼ਤ ਖੋ ਚੁੱਕੀ ਹੈ ਅਤੇ ਫਿਲਹਾਲ ਹੁਣ ਉਹ ਹੋਸ਼ ਦੇ ਵਿੱਚ ਹੈ ਅਤੇ ਤੁਸੀਂ ਉਸ ਨੂੰ ਮਿਲ ਸਕਦੇ ਹੋ। ਜਦੋਂ ਮੈਂ ਅੰਦਰ ਗਿਆ ਤਾਂ ਉਹ ਲੜਕੀ ਛੱਤ ਦੇ ਵੱਲ ਦੇਖ ਰਹੀ ਸੀ। ਮੈਨੂੰ ਦੇਖਦੇ ਹੀ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਚਮਕ ਆਈ ਸੀ। ਕਹਿਣ ਲੱਗੀ, ਹੁਣ ਆਏ ਹੋ ਤੁਸੀਂ? ਮੈਂ ਕਦੋਂ ਤੋਂ ਤੁਹਾਡਾ ਇੰਤਜ਼ਾਰ ਕਰ ਰਹੀ ਸੀ ਅਤੇ ਤੁਸੀਂ ਹੋ ਕਿ ਹੁਣ ਆ ਰਹੇ ਹੋ। ਮੈਂ ਤੁਹਾਡੇ ਨਾਲ ਬਿਲਕੁਲ ਵੀ ਗੱਲ ਨਹੀਂ ਕਰਾਂਗੀ। ਤੁਹਾਨੂੰ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਹੈ। ਦੇਖੋ, ਮੈਨੂੰ ਇੰਨੀ ਸੱਟ ਲੱਗੀ ਹੈ ਅਤੇ ਫਿਰ ਵੀ ਤੁਸੀਂ ਇੰਨੇ ਲੇਟ ਆਏ ਹੋ। ਉਸ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੋ ਗਿਆ ਸੀ। ਉਹ ਮੇਰੇ ਨਾਲ ਇਸ ਤਰ੍ਹਾਂ ਗੱਲਾਂ ਕਰ ਰਹੀ ਸੀ ਜਿਵੇਂ ਅਸੀਂ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹੋਈਏ। ਮੈਂ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਮੇਰਾ ਇੰਤਜ਼ਾਰ ਕਿਉਂ ਕਰ ਰਹੀ ਸੀ? ਪਰ ਮੈਂ ਤਾਂ ਉਸ ਨੇ ਮੇਰੀ ਗੱਲ ਵਿੱਚ ਵਿਚਾਲੋਂ ਹੀ ਕੱਟ ਦਿੱਤੀ। ਕਹਿਣ ਲੱਗੀ, ਅਜੀਬ ਗੱਲ ਕਰਦੇ ਹੋ। ਜੇਕਰ ਤੁਹਾਡਾ ਇੰਤਜ਼ਾਰ ਨਹੀਂ ਕਰਾਂਗੀ ਤਾਂ ਕਿਸ ਦਾ ਕਰਾਂਗੀ? ਹੁਣ ਜਲਦੀ ਨਾਲ ਡਾਕਟਰ ਤੋਂ ਛੁੱਟੀ ਲੈ ਕੇ ਮੈਨੂੰ ਘਰ ਲੈ ਚੱਲੋ। ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ, ਚਲੋ ਠੀਕ ਹੈ, ਮੈਨੂੰ ਦੱਸੋ ਤਾਂ ਸਹੀ ਕਿ ਆਖਰਕਾਰ ਤੁਹਾਡਾ ਘਰ ਕਿੱਥੇ ਹੈ? ਮੈਂ ਤੁਹਾਨੂੰ ਤੁਹਾਡੇ ਘਰ ਛੱਡ ਦਿਆਂਗਾ। ਪਰ ਉਸਨੇ ਮੇਰੀ ਗੱਲ ਫਿਰ ਵਿੱਚ ਵਿਚਾਲੋਂ ਕੱਟ ਦਿੱਤੀ। ਕਹਿਣ ਲੱਗੀ, ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਸੱਟ ਮੇਰੇ ਸਿਰ ਦੇ ਵਿੱਚ ਲੱਗੀ ਆ ਅਤੇ ਦਿਮਾਗ ਤੁਹਾਡਾ ਖਰਾਬ ਹੋ ਗਿਆ ਹੈ। ਮੈਂ ਤੁਹਾਡੀ ਪਤਨੀ ਹਾਂ। ਮੈਂ ਤੁਹਾਡੇ ਨਾਲ ਹੀ ਜਾਵਾਂਗੀ, ਕਿਸੇ ਹੋਰ ਦੇ ਨਾਲ ਨਹੀਂ। ਮੈਂ ਇੱਕਦਮ ਹੈਰਾਨ ਹੋ ਗਿਆ ਸੀ। ਥੋੜੇ ਸਮੇਂ ਦੇ ਵਿੱਚ ਨਰਸ ਨੇ ਆ ਕੇ ਉਸ ਨੂੰ ਨੀਂਦ ਦਾ ਇੰਜੈਕਸ਼ਨ ਲਗਾ ਦਿੱਤਾ ਅਤੇ ਉਹ ਗੂੜੀ ਨੀਂਦ ਵਿੱਚ ਸੌਂ ਗਈ ਸੀ। ਲੜਕੀ ਨੇ ਮੈਨੂੰ ਦੱਸਿਆ ਕਿ ਇਸ ਦੀ ਯਾਦਾਸ਼ਤ ਜਾ ਚੁੱਕੀ ਹੈ, ਪਰ ਇਸ ਲੜਕੀ ਦੀ ਯਾਦਾਂ ਦੇ ਕੁਝ ਪੁਰਾਣੇ ਹਿੱਸੇ ਅਜੇ ਵੀ ਇਸ ਦੇ ਦਿਮਾਗ ਦੇ ਵਿੱਚ ਤਾਜ਼ਾ ਹਨ। ਉਹਨਾਂ ਦੇ ਆਧਾਰ ਤੇ ਹੀ ਸ਼ਾਇਦ ਉਹ ਤੁਹਾਨੂੰ ਆਪਣਾ ਪਤੀ ਮੰਨ ਰਹੀ ਹੈ। ਉਸ ਨੂੰ ਇੱਕਦਮ ਝਟਕਾ ਦੇਣ ਦੇ ਨਾਲ ਉਸ ਦੀ ਜਾਨ ਵੀ ਜਾ ਸਕਦੀ ਹੈ। ਇਸ ਕਰਕੇ ਅਜੇ ਤੁਸੀਂ ਉਸ ਨੂੰ ਕੁਝ ਵੀ ਨਾ ਦੱਸੋ। ਜਦੋਂ ਉਸ ਦੀ ਹਾਲਤ ਥੋੜੀ ਠੀਕ ਹੋ ਜਾਵੇ ਤਾਂ ਉਸ ਨੂੰ ਥੋੜੀ ਸੱਚਾਈ ਦੱਸ ਦਿਓ। ਫਿਲਹਾਲ ਉਸ ਦੀ ਜਾਨ ਬਚਾਉਣ ਦੇ ਲਈ ਤੁਸੀਂ ਉਸ ਦੇ ਨਾਲ ਪਤੀ ਪਤਨੀ ਦਾ ਨਾਟਕ ਕਰ ਸਕਦੇ ਹੋ। ਮੈਂ ਡਾਕਟਰ ਹੋਣ ਦੇ ਨਾਤੇ ਤੁਹਾਨੂੰ ਇਹ ਸਲਾਹ ਨਹੀਂ ਦੇ ਰਹੀ, ਇਨਸਾਨੀਅਤ ਦੇ ਨਾਤੇ ਤੁਹਾਨੂੰ ਇਹ ਸਲਾਹ ਦਿੰਦੀ ਹਾਂ। ਖੈਰ, ਮਜਬੂਰੀ ਦੇ ਵਿੱਚ ਮੈਨੂੰ ਉਸ ਦਾ ਪਤੀ ਹੋਣ ਦਾ ਨਾਟਕ ਕਰਨਾ ਪਿਆ ਕਿਉਂਕਿ ਮੇਰੇ ਕੋਲ ਇਸ ਤੋਂ ਇਲਾਵਾ ਕੋਈ ਦੂਜਾ ਰਾਸਤਾ ਨਹੀਂ ਸੀ। ਮੈਂ ਉਸ ਨੂੰ ਘਰ ਲੈ ਕੇ ਆ ਗਿਆ। ਘਰ ਆ ਕੇ ਉਸਨੇ ਮੇਰੇ ਨਾਲ ਬਹੁਤ ਪਿਆਰ ਦਿਖਾਇਆ ਸੀ, ਜਿਵੇਂ ਉਹ ਆਪਣੇ ਪਤੀ ਨਾਲ ਕਰਦੀ ਸੀ। ਮੇਰਾ ਦਿਲ ਉਸ ਨੂੰ ਦੇਖ ਕੇ ਹਰ ਵਾਰ ਰੋਂਦਾ ਸੀ ਕਿ ਮੈਂ ਦੋ ਪਿਆਰ ਕਰਨ ਵਾਲਿਆਂ ਨੂੰ ਅਲੱਗ ਕਰ ਦਿੱਤਾ ਸੀ। ਰਿੰਕੀ, ਇਹ ਨਾਮ ਮੈਂ ਹੀ ਉਸ ਨੂੰ ਦਿੱਤਾ ਸੀ। ਹੁਣ ਉਹ ਹੌਲੀ ਹੌਲੀ ਠੀਕ ਹੋ ਰਹੀ ਸੀ, ਪਰ ਉਹ ਹੁਣ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਨ ਲੱਗੀ ਸੀ। ਜਾਇਜ਼ ਸੀ ਕਿ ਉਹ ਆਪਣੇ ਆਪ ਨੂੰ ਮੇਰੀ ਪਤਨੀ ਸਮਝਦੀ ਸੀ ਤੇ ਮੇਰੇ ਤੋਂ ਪਤੀ ਦਾ ਹੱਕ ਚਾਹੁੰਦੀ ਸੀ। ਮੈਂ ਉਸ ਨੂੰ ਬਾਰ-ਬਾਰ ਆਪਣੇ ਆਪ ਤੋਂ ਦੂਰ ਕਰ ਦਿੰਦਾ। ਜਦੋਂ ਇੱਕ ਦਿਨ ਮੈਂ ਆਫਿਸ ਤੋਂ ਵਾਪਸ ਮੁੜਿਆ ਤਾਂ ਰਿੰਕੀ ਪੂਰੀ ਤਰ੍ਹਾਂ ਤਿਆਰ ਸੀ। ਉਸਨੇ ਲਾਲ ਰੰਗ ਦੀ ਸਾੜੀ ਪਾਈ ਹੋਈ ਸੀ, ਹਲਕਾ ਫੁਲਕਾ ਮੇਕਅਪ ਵੀ ਕੀਤਾ ਹੋਇਆ ਸੀ, ਵਾਲਾਂ ਨੂੰ ਖੁੱਲਾ ਛੱਡ ਰੱਖਿਆ ਸੀ। ਇਸ ਰੂਪ ਦੇ ਵਿੱਚ ਉਹ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ। ਕੁਝ ਸਮੇਂ ਦੇ ਲਈ ਤਾਂ ਮੈਂ ਉਸ ਨੂੰ ਦੇਖਦਾ ਹੀ ਰਹਿ ਗਿਆ ਸੀ। ਜਿਵੇਂ ਹੀ ਮੈਂ ਕਮਰੇ ਦੇ ਵਿੱਚ ਦਾਖਲ ਹੋਇਆ, ਉਹ ਹੌਲੀ-ਹੌਲੀ ਤੁਰਦੀ ਹੋਈ ਮੇਰੇ ਨੇੜੇ ਆ ਗਈ ਸੀ ਅਤੇ ਫਿਰ ਉਸਨੇ ਮੈਨੂੰ ਮੇਰੀ ਟਾਈ ਤੋਂ ਫੜ ਕੇ ਆਪਣੇ ਨੇੜੇ ਕੀਤਾ। ਨਸ਼ੀਲੀ ਆਵਾਜ਼ ਦੇ ਵਿੱਚ ਕਹਿਣ ਲੱਗੀ, ਰਾਹੁਲ, ਅੱਜ ਮੇਰੇ ਤੋਂ ਦੂਰ ਨਾ ਜਾਇਓ। ਮੈਂ ਬਹੁਤ ਦਿਨਾਂ ਤੋਂ ਤੁਹਾਡੇ ਪਿਆਰ ਦੇ ਲਈ ਤੜਫ ਰਹੀ ਹਾਂ। ਉਸ ਦੀਆਂ ਅਜੀਆਂ ਗੱਲਾਂ ਨੇ ਮੈਨੂੰ ਬੇਚੈਨ ਕਰ ਦਿੱਤਾ ਸੀ। ਫਿਰ ਮੈਂ ਆਪਣੇ ਆਪ ਨੂੰ ਸੰਭਾਲਦੇ ਹੋਏ ਬੋਲਿਆ, ਰਿੰਕੀ, ਮੈਂ ਥੱਕਿਆ ਹੋਇਆ ਹਾਂ, ਪਹਿਲਾਂ ਥੋੜਾ ਆਰਾਮ ਤਾਂ ਕਰ ਲਵਾਂ। ਪਰ ਅੱਜ ਉਹ ਕੁਝ ਜ਼ਿਆਦਾ ਹੀ ਐਕਸਾਈਟਡ ਸੀ। ਉਸ ਨੇ ਫਿਰ ਤੋਂ ਆਪਣੀਆਂ ਬਾਹਾਂ ਦੇ ਵਿੱਚ ਮੈਨੂੰ ਲੈ ਲਿਆ। ਕਹਿਣ ਲੱਗੀ, ਰਾਹੁਲ, ਥਕਾਵਟ ਤਾਂ ਆਪਣੇ ਆਪ ਉਤਰ ਜਾਵੇਗੀ। ਬਸ ਮੈਂ ਅੱਜ ਤੁਹਾਡੇ ਤੋਂ ਦੂਰ ਨਹੀਂ ਰਹਿਣਾ ਚਾਹੁੰਦੀ। ਉਸ ਦੀ ਇਸ ਗੱਲ ਤੇ ਮੈਂ ਘਬਰਾ ਗਿਆ ਸੀ। ਮੈਂ ਖੁਦ ਨੂੰ ਕਿਸੇ ਤਰ੍ਹਾਂ ਉਸ ਤੋਂ ਦੂਰ ਕੀਤਾ। ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਰਿੰਕੀ, ਦੇਖੋ, ਅਜੇ ਤੁਹਾਡੀ ਸਿਹਤ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। ਮੈਂ ਪਹਿਲਾਂ ਡਾਕਟਰ ਦੇ ਨਾਲ ਗੱਲ ਕਰ ਲਵਾਂ, ਫਿਰ ਅਸੀਂ ਇਕੱਠੇ ਰਵਾਂਗੇ। ਪਰ ਉਹ ਕਿਸੇ ਵੀ ਤਰੀਕੇ ਨਾਲ ਨਾ ਮੰਨੀ ਅਤੇ ਨਾਰਾਜ਼ਗੀ ਜਤਾਉਂਦੀ ਹੋਈ
ਕਹਿਣ ਲੱਗੀ, ਮੈਂ ਬਿਲਕੁਲ ਠੀਕ ਹਾਂ, ਮੈਨੂੰ ਡਾਕਟਰ ਤੋਂ ਬਿਲਕੁਲ ਕੁਝ ਵੀ ਪੁੱਛਣ ਦੀ ਜ਼ਰੂਰਤ ਨਹੀਂ ਹੈ। ਪਰ ਮੈਂ ਰਿੰਕੀ ਨੂੰ ਆਪਣੇ ਤੋਂ ਦੂਰ ਕਰਕੇ ਸ਼ੀਸ਼ੇ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ ਅਤੇ ਆਪਣੀ ਟਾਈ ਉਤਾਰਨ ਲੱਗਿਆ। ਪਰ ਅਗਲੇ ਹੀ ਪਲ ਰਿੰਕੀ ਨੇ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਸੀ। ਮੈਂ ਰਿੰਕੀ ਨੂੰ ਆਪਣੇ ਆਪ ਤੋਂ ਦੂਰ ਕਰਨ ਲੱਗਿਆ, ਉਸ ਦਾ ਹੱਥ ਫੜ ਕੇ ਉਸਨੂੰ ਬੈੱਡ ਤੇ ਬਿਠਾ ਦਿੱਤਾ। ਮੈਂ ਕਿਹਾ, ਰਿੰਕੀ, ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਪਹਿਲਾਂ ਮੈਂ ਪੂਰੀ ਤਰ੍ਹਾਂ ਕਨਫਰਮ ਹੋਣਾ ਚਾਹੁੰਦਾ ਹਾਂ। ਮੈਂ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦਾ। ਉਹ ਕਹਿਣ ਲੱਗੀ, ਮੇਰੀ ਸਿਹਤ ਬਿਲਕੁਲ ਠੀਕ ਠਾਕ ਹੈ। ਇਹ ਕਹਿ ਕੇ ਉਸਨੇ ਮੇਰਾ ਹੱਥ ਫੜ ਕੇ ਮੈਨੂੰ ਖਿੱਚ ਕੇ ਬੈੱਡ ਤੇ ਸਿੱਟ ਦਿੱਤਾ ਸੀ ਅਤੇ ਅਗਲੇ ਹੀ ਪਲ ਮੇਰੇ ਨੇੜੇ ਹੋਈ ਅਤੇ ਆਪਣੇ ਬੁੱਲ੍ਹ ਮੇਰੇ ਬੁੱਲ੍ਹਾਂ ਤੇ ਰੱਖ ਦਿੱਤੇ ਸਨ। ਉਸ ਦੇ ਕਾਰਨ ਮੇਰੇ ਅੰਦਰ ਹਲਚਲ ਜਿਹੀ ਮਚ ਗਈ ਸੀ। ਮੇਰੇ ਹੱਥ ਖੁਦ ਬੈ ਖੁਦ ਉਸਦੀ ਕਮਰ ਤੇ ਟਿਕ ਗਏ ਸਨ। ਉਹ ਪਲ ਇੰਨੇ ਨਾਜ਼ੁਕ ਸਨ ਕਿ ਸ਼ਾਇਦ ਮੈਂ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦਾ। ਪਰ ਅਗਲੇ ਹੀ ਪਲ ਮੈਂ ਹੋਸ਼ ਦੇ ਵਿੱਚ ਆਇਆ ਸੀ ਅਤੇ ਮੈਂ ਉਸ ਨੂੰ ਆਪਣੇ ਆਪ ਤੋਂ ਦੂਰ ਧੱਕਾ ਦੇ ਦਿੱਤਾ। ਜਲਦੀ ਨਾਲ ਮੈਂ ਘਰ ਤੋਂ ਬਾਹਰ ਨਿਕਲ ਗਿਆ। ਜਦੋਂ ਮੈਂ ਕੁਝ ਘੰਟਿਆਂ ਦੇ ਬਾਅਦ ਘਰ ਵਾਪਸ ਆਇਆ ਤਾਂ ਰਿੰਕੀ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਉਸਨੇ ਆਪਣੀ ਸਾਰੀ ਜੁਐਲਰੀ ਉਤਾਰ ਕੇ ਸੁੱਟ ਦਿੱਤੀ ਸੀ। ਕਮਰੇ ਦੇ ਵਿੱਚ ਸਾਰਾ ਸਮਾਨ ਖਿੰਡਿਆ ਪਿਆ ਸੀ। ਉਹ ਲਾਲ ਸਾੜੀ ਦੀ ਥਾਂ ਤੇ ਸਧਾਰਨ ਸੂਟ ਪਾ ਕੇ ਬੈਠੀ ਸੀ। ਮੈਨੂੰ ਤਾਂ ਲੱਗਿਆ ਸੀ ਕਿ ਰਿੰਕੀ ਮੇਰੇ ਤੇ ਚੀਕੇਗੀ, ਗੁੱਸਾ ਕਰੇਗੀ ਅਤੇ ਮੈਂ ਮਾਫੀ ਮੰਗ ਕੇ ਉਸਨੂੰ ਮਨਾ ਲਵਾਂਗਾ। ਪਰ ਅਜਿਹਾ ਕੁਝ ਵੀ ਨਹੀਂ ਹੋਇਆ ਸੀ। ਬਲਕਿ ਅੱਜ ਰਿੰਕੀ ਬਹੁਤ ਹੀ ਉਦਾਸ ਪਰੇਸ਼ਾਨ ਸੀ। ਬਲਕਿ ਉਲਟਾ ਉਸਨੇ ਮੇਰੇ ਤੋਂ ਮਾਫੀ ਮੰਗੀ ਸੀ। ਕਹਿਣ ਲੱਗੀ, ਰਾਹੁਲ, ਮੈਨੂੰ ਮਾਫ ਕਰ ਦਿਓ। ਮੈਨੂੰ ਤੁਹਾਡੀ ਹਾਲਤ ਨੂੰ ਸਮਝਣਾ ਚਾਹੀਦਾ ਹੈ। ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ, ਇਸ ਕਰਕੇ ਮੇਰੀ ਪਰਵਾਹ ਕਰਦੇ ਹੋ ਤੇ ਮੈਂ ਜਾਣ ਬੁੱਝ ਕੇ ਤੁਹਾਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਬਹੁਤ ਬੁਰੀ ਹਾਂ। ਰਾਹੁਲ, ਪਲੀਜ਼ ਮੈਨੂੰ ਮਾਫ ਕਰ ਦਿਓ, ਪਰ ਮੇਰੇ ਨਾਲ ਗੁੱਸੇ ਨਾ ਹੋਇਓ। ਮੈਨੂੰ ਕਦੇ ਛੱਡ ਕੇ ਨਾ ਜਾਇਓ। ਮੈਂ ਤੁਹਾਡੇ ਬਿਨਾਂ ਜਿਉ ਨਹੀਂ ਸਕਾਂਗੀ। ਮੈਂ ਰਿੰਕੀ ਨੂੰ ਆਪਣੇ ਗਲ ਲਗਾ ਲਿਆ ਅਤੇ ਕਿਹਾ, ਰਿੰਕੀ, ਇੰਨਾ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾ ਰਿਹਾ। ਉਸ ਦੀਆਂ ਅੱਖਾਂ ਦੀ ਚਮਕ ਮੇਰੀ ਇਹ ਗੱਲ ਸੁਣ ਕੇ ਵੱਧ ਗਈ ਸੀ। ਸੱਚਮੁੱਚ ਮੈਨੂੰ ਕਦੇ ਨਹੀਂ ਛੱਡੋਗੇ, ਚਾਹੇ ਜੋ ਵੀ ਹਾਲਾਤ ਹੋਣ। ਮੈਂ ਉਸ ਦੀ ਇਸ ਗੱਲ ਤੇ ਹਾਂ ਦੇ ਵਿੱਚ ਸਿਰ ਹਿਲਾ ਕੇ ਉਸ ਨੂੰ ਵਿਸ਼ਵਾਸ ਦਿਵਾਇਆ ਸੀ, ਪਰ ਅੰਦਰੋਂ ਮੈਂ ਖੁਦ ਵੀ ਡਰਿਆ ਹੋਇਆ। ਰਿੰਕੀ ਮੇਰੀ ਕੁਝ ਵੀ ਨਹੀਂ ਲੱਗਦੀ ਸੀ। ਮੈਂ ਉਸ ਨੂੰ ਕਿਸ ਆਧਾਰ ਤੇ ਇਹ ਭਰੋਸਾ ਦਿਵਾਉਂਦਾ? ਉਹ ਹਮੇਸ਼ਾ ਮੇਰੇ ਨਾਲ ਰਹੇਗੀ। ਉਸ ਦੀ ਇਸ ਹਾਲਤ ਤੇ ਮੈਨੂੰ ਅਫਸੋਸ ਹੋ ਰਿਹਾ ਸੀ, ਪਰ ਮੈਂ ਵੀ ਮਜਬੂਰ ਸੀ। ਮੈਂ ਰਿੰਕੀ ਦੇ ਨਾਲ ਕੁਝ ਗਲਤ ਨਹੀਂ ਕਰਨਾ ਚਾਹੁੰਦਾ ਸੀ। ਕਦੋਂ ਉਹ ਮੇਰੇ ਦਿਲ ਦੇ ਵਿੱਚ ਜਗ੍ਹਾ ਬਣਾ ਗਈ ਸੀ, ਮੈਨੂੰ ਪਤਾ ਹੀ ਨਹੀਂ ਲੱਗਿਆ। ਮੈਂ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗਿਆ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਉਸ ਦੀ ਯਾਦਾਸ਼ਤ ਵਾਪਸ ਆਵੇ ਅਤੇ ਉਹ ਮੇਰੇ ਨਾਲ ਹੋਰ ਵੀ ਨਫ਼ਰਤ ਕਰਨ ਲੱਗੇ। ਸ਼ਾਇਦ ਗਲਤੀ ਨਾਲ ਕੀਤੇ ਹੋਏ ਪਾਪ ਦੀ ਮਾਫੀ ਮਿਲ ਸਕਦੀ ਸੀ, ਪਰ ਜਾਣ ਬੁੱਝ ਕੇ ਮੈਂ ਉਸ ਦੀ ਇੱਜ਼ਤ ਦੇ ਨਾਲ ਖਿਲਵਾੜ ਕਰਦਾ ਤਾਂ ਉਹ ਮੈਨੂੰ ਮਾਫ ਨਾ ਕਰਦੀ। ਪਲੀਜ਼ ਰਿੰਕੀ, ਮਾਫ ਕਰ ਦਿਓ ਮੈਨੂੰ। ਉਸ ਸਮੇਂ ਮੈਂ ਵੀ ਬਹੁਤ ਪਰੇਸ਼ਾਨ ਸੀ। ਆਫਿਸ ਦੀ ਟੈਨਸ਼ਨ ਸੀ, ਇਸ ਕਰਕੇ ਮੈਂ ਇਸ ਤਰ੍ਹਾਂ ਰਿਐਕਟ ਕੀਤਾ ਸੀ। ਅਤੇ ਅਗਲੇ ਹੀ ਪਲ ਰਿੰਕੀ ਮੇਰੇ ਗੱਲ ਨਾਲ ਲੱਗ ਕੇ ਰੋਣ ਲੱਗੀ। ਕਹਿਣ ਲੱਗੀ, ਰਾਹੁਲ, ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ। ਮੈਂ ਕੀ ਕਰਾਂ? ਮੈਨੂੰ ਲੱਗਦਾ ਹੈ ਜਿਵੇਂ ਤੁਸੀਂ ਬਦਲ ਗਏ ਹੋ। ਮੈਂ ਮਹਿਸੂਸ ਕੀਤਾ ਹੈ ਕਿ ਹੁਣ ਤੁਸੀਂ ਪਹਿਲਾਂ ਵਰਗੇ ਨਹੀਂ ਰਹਿ ਗਏ। ਪਹਿਲਾਂ ਦੀ ਤਰ੍ਹਾਂ ਮੈਨੂੰ ਪਿਆਰ ਵੀ ਨਹੀਂ ਕਰਦੇ। ਮੈਂ ਹੌਲੀ ਜਿਹੀ ਉਸਦੇ ਸਿਰ ਤੇ ਹੱਥ ਫੇਰਿਆ ਤੇ ਮੈਂ ਕਿਹਾ, ਰਿੰਕੀ, ਕੀ ਤੁਹਾਨੂੰ ਪੁਰਾਣੀਆਂ ਗੱਲਾਂ ਯਾਦ ਹਨ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਸੀ? ਤਾਂ ਉਸਨੇ ਝੱਟ ਕਿਹਾ ਕਿ ਹਾਂ, ਮੈਨੂੰ ਡਾਕਟਰ ਨੇ ਦੱਸਿਆ ਕਿ ਤੁਹਾਡੀ ਯਾਦਾਸ਼ਤ ਚਲੀ ਗਈ ਹੈ, ਪਰ ਮੈਨੂੰ ਇੰਨਾ ਤਾਂ ਯਾਦ ਹੈ ਕਿ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਸੀ। ਤੁਸੀਂ ਮੇਰੇ ਬਗੈਰ ਇੱਕ ਪਲ ਵੀ ਨਹੀਂ ਰਹਿ ਸਕਦੇ ਸੀ। ਮੈਨੂੰ ਇਹਨਾਂ ਯਾਦਾਂ ਤੋਂ ਇਲਾਵਾ ਕਿਸੇ ਹੋਰ ਯਾਦਾਂ ਦੀ ਜ਼ਰੂਰਤ ਨਹੀਂ ਹੈ। ਮੈਨੂੰ ਯਾਦਾਸ਼ਤ ਜਾਣ ਦਾ ਕੋਈ ਅਫਸੋਸ ਨਹੀਂ ਹੈ, ਰਾਹੁਲ, ਕਿਉਂਕਿ ਮੈਨੂੰ ਤੁਹਾਡਾ ਪਿਆਰ ਯਾਦ ਹੈ। ਪਰ ਰਾਹੁਲ, ਤੁਸੀਂ ਮੇਰੇ ਤੋਂ ਦੂਰ ਰਹਿੰਦੇ ਹੋ, ਮੇਰੇ ਨੇੜੇ ਨਹੀਂ ਆਉਂਦੇ, ਪਹਿਲਾਂ ਦੀ ਤਰ੍ਹਾਂ ਮੈਨੂੰ ਪਿਆਰ ਨਹੀਂ ਕਰਦੇ। ਕਿ ਤੁਹਾਡਾ ਦਿਲ ਮੇਰੇ ਤੋਂ ਭਰ ਗਿਆ ਹੈ? ਮੈਂ ਤੁਹਾਡੇ ਬਿਨਾਂ ਜਿਉ ਨਹੀਂ ਸਕਦੀ। ਪਲੀਜ਼ ਮੈਨੂੰ ਛੱਡ ਕੇ ਨਾ ਜਾਇਓ। ਉਸ ਦੀਆਂ ਇਹ ਪਿਆਰ ਭਰੀਆਂ ਗੱਲਾਂ ਸੁਣ ਕੇ ਮੇਰਾ ਦਿਲ ਫਿਰ ਜ਼ੋਰ ਦੀ ਧੜਕਣ ਲੱਗਿਆ। ਕਾਸ਼ ਇਹ ਸਭ ਕੁਝ ਹਕੀਕਤ ਹੁੰਦਾ। ਕਾਸ਼ ਉਹ ਮੈਨੂੰ ਸੱਚਮੁੱਚ ਪਿਆਰ ਕਰਦੀ ਹੁੰਦੀ। ਮੈਂ ਹੌਲੀ ਜਿਹੀ ਉਸ ਨੂੰ ਆਪਣੀਆਂ ਬਾਹਾਂ 'ਚ ਲੈ ਲਿਆ ਸੀ ਅਤੇ ਹੌਲੀ-ਹੌਲੀ ਪਿਆਰ ਨਾਲ ਉਸ ਨੂੰ ਤਸੱਲੀ ਦਿੱਤੀ। ਫਿਰ ਉਹ ਮੇਰੀਆਂ ਬਾਹਾਂ ਦੇ ਵਿੱਚ ਸੌਂ ਗਈ ਸੀ। ਮੈਂ ਉਸ ਨੂੰ ਹੌਲੀ ਜਿਹੀ ਆਪਣੇ ਆਪ ਤੋਂ ਦੂਰ ਕੀਤਾ ਅਤੇ ਸੌਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਦਿਲ ਅਤੇ ਦਿਮਾਗ ਦੇ ਵਿੱਚ ਉਲਝਣ ਸੀ। ਅਗਲੇ ਸਵੇਰ ਮੈਂ ਇਰਾਦਾ ਕਰ ਲਿਆ ਸੀ ਕਿ ਮੈਂ ਹੁਣ ਉਸ ਨੂੰ ਹੋਰ ਝੂਠ ਨਹੀਂ ਬੋਲ ਸਕਦਾ। ਮੈਂ ਰਿੰਕੀ ਨੂੰ ਸਾਰੀ ਸੱਚਾਈ ਦੱਸ ਦਿਆਂਗਾ, ਚਾਹੇ ਉਹ ਮੈਨੂੰ ਮਾਫ ਕਰੇ ਜਾਂ ਨਾ ਕਰੇ। ਮੈਂ ਹੁਣ ਹੋਰ ਬਹਾਨੇ ਨਹੀਂ ਬਣਾ ਸਕਦਾ। ਮੇਰੇ ਅੰਦਰ ਇੱਕ ਅਜੀਬ ਜਿਹੀ ਚੁੱਪੀ ਛਾਈ ਹੋਈ ਸੀ। ਸਵੇਰੇ ਵੀ ਰਿੰਕੀ ਦਾ ਵਰਤਾਵ ਕੁਝ ਅਜੀਬ ਸੀ। ਉਹ ਪਹਿਲਾਂ ਤੋਂ ਜ਼ਿਆਦਾ ਚੁੱਪ-ਚਾਪ ਲੱਗ ਰਹੀ ਸੀ। ਮੈਂ ਉਸ ਨੂੰ ਪਹਿਲਾਂ ਤੋਂ ਜ਼ਿਆਦਾ ਚੁੱਪ-ਚੁੱਪ ਲੱਗ ਰਹੀ ਸੀ। ਮੈਂ ਉਸ ਨੂੰ ਦੇਖ ਕੇ ਪੁੱਛਿਆ ਸੀ, ਰਿੰਕੀ, ਕੀ ਗੱਲ ਹੈ? ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਪਰ ਉਸਨੇ ਸਿਰਫ ਇੰਨਾ ਕਿਹਾ ਕਿ ਕੁਝ ਨਹੀਂ, ਮੇਰੀ ਸਿਹਤ ਠੀਕ ਨਹੀਂ ਲੱਗ ਰਹੀ ਹੈ। ਅਤੇ ਸ਼ਾਮ ਨੂੰ ਜਦੋਂ ਮੈਂ ਘਰ ਵਾਪਸ ਆਇਆ ਤਾਂ ਉਹੀ ਚੁੱਪੀ ਛਾਈ ਹੋਈ ਸੀ। ਰਿੰਕੀ ਸੋਫੇ ਤੇ ਬੈਠੀ ਸੀ ਅਤੇ ਉਸਦੀਆਂ ਅੱਖਾਂ ਦੇ ਵਿੱਚ ਉਦਾਸੀ ਸੀ। ਉਸ ਦੀ ਇਹ ਹਾਲਤ ਦੇਖ ਕੇ ਮੈਨੂੰ ਚਿੰਤਾ ਹੋਣ ਲੱਗੀ। ਮੈਂ ਉਸਦੇ ਮੱਥੇ ਤੇ ਹੱਥ ਰੱਖਿਆ। ਮੈਂ ਕਿਹਾ, ਰਿੰਕੀ,
ਰਿੰਕੀ ਕੀ ਹੋਇਆ, ਤੁਸੀਂ ਠੀਕ ਤਾਂ ਹੋ ਨਾ? ਅਤੇ ਰਿੰਕੀ ਅਚਾਨਕ ਹੀ ਰੋਣ ਲੱਗੀ ਅਤੇ ਫਿਰ ਮੇਰੇ ਮੋਢੇ ਨਾਲ ਲੱਗ ਗਈ। ਮੈਂ ਉਸਨੂੰ ਕੋਲ ਬਿਠਾ ਕੇ ਕਿਹਾ ਕਿ ਪਲੀਜ਼ ਇਸ ਤਰ੍ਹਾਂ ਨਾ ਰੋ, ਮੈਨੂੰ ਤਕਲੀਫ ਹੁੰਦੀ ਹੈ। ਮੈਂ ਉਸਦੇ ਹੰਝੂ ਪੂੰਝੇ। ਫਿਰ ਉਹ ਬੋਲੀ, ਰਾਹੁਲ ਤੁਸੀਂ ਮੈਨੂੰ ਛੱਡ ਕੇ ਤਾਂ ਨਹੀਂ ਜਾਓਗੇ ਨਾ, ਚਾਹੇ ਕੁਝ ਵੀ ਹੋ ਜਾਵੇ। ਮੈਂ ਉਸਦੀਆਂ ਅੱਖਾਂ ਦੇ ਵਿੱਚ ਦੇਖ ਕੇ ਕਿਹਾ, ਰਿੰਕੀ ਮੈਂ ਤੁਹਾਨੂੰ ਕਦੇ ਛੱਡ ਕੇ ਨਹੀਂ ਜਾਵਾਂਗਾ, ਤੁਸੀਂ ਮੇਰੇ ਲਈ ਸਭ ਕੁਝ ਹੋ। ਫਿਰ ਜੋ ਅੱਗੇ ਉਸਨੇ ਕਿਹਾ ਸੀ ਉਸਨੇ ਮੇਰੀ ਦੁਨੀਆ ਹਿਲਾ ਦਿੱਤੀ ਸੀ। ਰਿੰਕੀ ਨੇ ਕਿਹਾ ਸੀ, ਰਾਹੁਲ ਤੁਸੀਂ ਮੇਰੇ ਨਾਲ ਵਿਆਹ ਕਰ ਲਓ। ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਸੀ। ਮੈਂ ਕਿਹਾ, ਰਿੰਕੀ ਇਹ ਤੁਸੀਂ ਕੀ ਕਹਿ ਰਹੇ ਹੋ, ਅਸੀਂ ਤਾਂ ਪਹਿਲਾਂ ਤੋਂ ਹੀ ਵਿਆਹੇ ਹੋਏ ਹਾਂ। ਉਸਨੇ ਹੰਝੂ ਬਹਾਉਂਦੇ ਹੋਏ ਕਿਹਾ, ਨਹੀਂ ਅਸੀਂ ਵਿਆਹੇ ਹੋਏ ਨਹੀਂ ਹਾਂ, ਜੇਕਰ ਅਸੀਂ ਵਿਆਹੇ ਹੋਏ ਹੁੰਦੇ ਤਾਂ ਸਾਡੇ ਵਿਚਕਾਰ ਇਹ ਦੂਰੀਆਂ ਕਦੇ ਨਾ ਹੁੰਦੀਆਂ। ਮੈਂ ਹੁਣ ਤੁਹਾਡੀ ਪਤਨੀ ਬਣ ਕੇ ਤੁਹਾਡੇ ਨਾਲ ਆਪਣੀ ਪੂਰੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਹਾਂ। ਉਸਨੇ ਅੱਗੇ ਕਿਹਾ, ਰਾਹੁਲ ਮੈਂ ਬਹੁਤ ਬੁਰੀ ਹਾਂ, ਮੈਂ ਤੁਹਾਨੂੰ ਹਨੇਰੇ ਦੇ ਵਿੱਚ ਰੱਖਿਆ, ਤੁਹਾਡੇ ਜਜ਼ਬਾਤਾਂ ਦੇ ਨਾਲ ਖੇਡਿਆ। ਮੈਂ ਤੁਹਾਨੂੰ ਹੁਣ ਛੱਡ ਕੇ ਨਹੀਂ ਜਾ ਸਕਦੀ। ਮੈਂ ਹੁਣ ਤੁਹਾਨੂੰ ਸਭ ਸੱਚ ਦੱਸਣਾ ਚਾਹੁੰਦੀ ਹਾਂ। ਰਿੰਕੀ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਧੜਕਣ ਲੱਗਿਆ। ਉਸਨੇ ਆਪਣਾ ਚਿਹਰਾ ਆਪਣੇ ਹੱਥਾਂ ਦੇ ਵਿੱਚ ਲੁਕੋ ਲਿਆ ਅਤੇ ਜ਼ੋਰ-ਜ਼ੋਰ ਦੀ ਰੋਣ ਲੱਗੀ। ਮੈਂ ਹੈਰਾਨ ਹੋ ਕੇ ਉਸਨੂੰ ਦੇਖਦਾ ਰਿਹਾ ਅਤੇ ਜੋ ਉਸਨੇ ਅੱਗੇ ਕਿਹਾ ਸੀ ਉਸਨੇ ਮੇਰੀ ਪੂਰੀ ਦੁਨੀਆ ਹਿਲਾ ਦਿੱਤੀ ਸੀ। ਰਿੰਕੀ ਨੇ ਕੰਬਦੀ ਹੋਈ ਆਵਾਜ਼ ਦੇ ਵਿੱਚ ਕਿਹਾ, ਰਾਹੁਲ ਮੇਰੀ ਯਾਦਾਸ਼ਤ ਕਿਤੇ ਗਈ ਹੀ ਨਹੀਂ ਸੀ, ਮੈਂ ਹਮੇਸ਼ਾ ਹੋਸ਼ ਦੇ ਵਿੱਚ ਸੀ। ਹਸਪਤਾਲ ਦੇ ਵਿੱਚ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਯਾਦਾਸ਼ਤ ਖੋਹਣ ਦਾ ਬਹਾਨਾ ਕੀਤਾ। ਡਾਕਟਰ ਨੇ ਮੈਨੂੰ ਦੱਸਿਆ ਕਿ ਤੁਹਾਡਾ ਐਕਸੀਡੈਂਟ ਹੋਇਆ ਸੀ ਅਤੇ ਤੁਹਾਡੇ ਪਤੀ ਦੀ ਉੱਥੇ ਹੀ ਮੌਤ ਹੋ ਗਈ ਸੀ, ਪਰ ਤੁਸੀਂ ਬਚ ਗਏ ਹੋ। ਮੈਨੂੰ ਇਹ ਸਭ ਕੁਝ ਦੱਸ ਦਿੱਤਾ ਗਿਆ ਸੀ, ਪਰ ਮੈਂ ਜਾਣਬੁੱਝ ਕੇ ਸਭ ਕੁਝ ਭੁੱਲਣ ਦਾ ਨਾਟਕ ਕੀਤਾ ਸੀ। ਉਹ ਇੱਕ ਡੂੰਘਾ ਸਾਹ ਲੈ ਕੇ ਚੁੱਪ ਹੋ ਗਈ। ਫਿਰ ਅੱਗੇ ਬੋਲੀ ਕਿ ਜਦੋਂ ਤੁਸੀਂ ਹਸਪਤਾਲ ਦੇ ਵਿੱਚ ਆਏ ਤਾਂ ਨਰਸ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹੀ ਆਦਮੀ ਆਇਆ ਹੈ ਜਿਸ ਦੀ ਗੱਡੀ ਦੇ ਨਾਲ ਤੁਹਾਡਾ ਐਕਸੀਡੈਂਟ ਹੋਇਆ ਸੀ। ਮੈਂ ਇਰਾਦਾ ਕਰ ਲਿਆ ਸੀ ਕਿ ਮੈਂ ਹੁਣ ਦੁਬਾਰਾ ਉਸ ਨਰਕ ਦੇ ਵਿੱਚ ਨਹੀਂ ਜਾਵਾਂਗੀ। ਮੇਰੇ ਮਾਮਾ ਮਾਮੀ ਨੇ ਮੈਨੂੰ ਵਿਸ਼ਾਲ ਦੇ ਹੱਥਾਂ ਦੇ ਵਿੱਚ ਵੇਚ ਦਿੱਤਾ ਸੀ ਅਤੇ ਵਿਸ਼ਾਲ ਦੇ ਨਾਲ ਮੇਰਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਸੀ। ਉਹ ਮੈਨੂੰ ਹਰ ਰਾਤ ਟੌਰਚਰ ਕਰਦਾ ਸੀ। ਉਹ ਇੱਕ ਜੰਗਲੀ ਜਾਨਵਰ ਸੀ। ਸਵੇਰ ਹੁੰਦੇ ਹੀ ਉਹ ਮੇਰੇ ਤੋਂ ਆਪਣੇ ਰਾਤ ਵਾਲੇ ਵਿਵਹਾਰ ਦੇ ਲਈ ਮਾਫੀ ਵੀ ਮੰਗਦਾ ਸੀ ਅਤੇ ਮੇਰੇ ਨਾਲ ਪਿਆਰ ਵੀ ਜਤਾਉਂਦਾ, ਪਰ ਮੈਨੂੰ ਘਰ ਦੇ ਵਿੱਚ ਕੈਦ ਕਰਕੇ ਰੱਖਦਾ ਸੀ। ਮੈਨੂੰ ਉਹ ਕਿਸੇ ਦੇ ਨਾਲ ਮਿਲਣ ਜੁਲਣ ਨਹੀਂ ਦਿੰਦਾ ਸੀ। ਮੈਂ ਉਸ ਆਦਮੀ ਦੀ ਕੈਦ ਦੇ ਵਿੱਚ ਰਹਿ ਕੇ ਕੁੱਟ-ਕੁੱਟ ਕੇ ਮਰਨ ਲੱਗੀ ਸੀ। ਉਹ ਆਪਣੇ ਇਸ ਜਨੂੰਨ ਨੂੰ ਪਿਆਰ ਦਾ ਨਾਮ ਦਿੰਦਾ ਸੀ, ਪਰ ਮੈਂ ਹੁਣ ਉਸਦੇ ਜਨੂੰਨ ਨੂੰ ਜ਼ਿਆਦਾ ਸਹਿ ਨਹੀਂ ਸਕਦੀ ਸੀ। ਜਿਸ ਰਾਤ ਸਾਡਾ ਐਕਸੀਡੈਂਟ ਹੋਇਆ ਸੀ ਉਸ ਰਾਤ ਅਸੀਂ ਇੱਕ ਪਾਰਟੀ ਤੋਂ ਘਰ ਵਾਪਸ ਆ ਰਹੇ ਸੀ ਅਤੇ ਫਿਰ ਸਾਡਾ ਐਕਸੀਡੈਂਟ ਹੋ ਗਿਆ। ਉਸ ਰਾਤ ਮੈਂ ਆਜ਼ਾਦ ਹੋ ਗਈ। ਰਿੰਕੀ ਦੀਆਂ ਗੱਲਾਂ ਨੇ ਮੇਰੇ ਦਿਲ ਅਤੇ ਦਿਮਾਗ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਹ ਅੱਗੇ ਬੋਲੀ, ਜਦੋਂ ਮੈਂ ਸੁਣਿਆ ਕਿ ਵਿਸ਼ਾਲ ਮਰ ਚੁੱਕਿਆ ਹੈ ਤਾਂ ਮੈਨੂੰ ਕੋਈ ਦੁੱਖ ਨਹੀਂ ਹੋਇਆ ਸੀ, ਬਲਕਿ ਮੇਰੇ ਅੰਦਰ ਸਕੂਨ ਭਰ ਗਿਆ ਸੀ ਅਤੇ ਉਸ ਸਮੇਂ ਹੀ ਮੈਂ ਤੁਹਾਡੇ ਨਾਲ ਇੱਕ ਨਵਾਂ ਰਿਸ਼ਤਾ ਬਣਾਉਣ ਦਾ ਨਾਟਕ ਕਰਨ ਲੱਗੀ, ਕਿਉਂਕਿ ਮੈਂ ਹੁਣ ਉਸ ਦਰਦਨਾਕ ਸਮੇਂ ਦੇ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੀ ਸੀ, ਕਿਉਂਕਿ ਮੇਰੇ ਮਾਮਾ ਮਾਮੀ ਬਹੁਤ ਹੀ ਲਾਲਚੀ ਇਨਸਾਨ ਸਨ। ਉਹ ਦੁਬਾਰਾ ਤੋਂ ਮੇਰਾ ਸੌਦਾ ਕਰ ਦਿੰਦੇ ਅਤੇ ਇਸ ਕਰਕੇ ਮੈਂ ਇਹ ਸਭ ਕੁਝ ਨਾਟਕ ਕੀਤਾ। ਜਿਵੇਂ ਮੇਰੇ ਦਿਮਾਗ ਦੇ ਵਿੱਚੋਂ ਕੁਝ ਯਾਦਾਂ ਮਿਟ ਗਈਆਂ ਸਨ, ਪਰ ਅਜੇ ਕੁਝ ਬਾਕੀ ਸਨ ਅਤੇ ਫਿਰ ਮਜਬੂਰੀ ਦੇ ਵਿੱਚ ਤੁਸੀਂ ਮੈਨੂੰ ਆਪਣੇ ਨਾਲ ਘਰ ਲੈ ਆਏ। ਪਰ ਰਾਹੁਲ, ਜਿਵੇਂ ਤੁਸੀਂ ਮੇਰੀ ਦੇਖਭਾਲ ਕੀਤੀ, ਮੇਰਾ ਖਿਆਲ ਰੱਖਿਆ ਤੇ ਕਦੇ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਉਸ ਕਰਕੇ ਮੇਰੇ ਦਿਲ ਦੇ ਵਿੱਚ ਤੁਹਾਡੇ ਲਈ ਪਿਆਰ ਅਤੇ ਇੱਜ਼ਤ ਪੈਦਾ ਹੋ ਗਈ। ਕਦੋਂ ਮੈਂ ਤੁਹਾਨੂੰ ਪਿਆਰ ਕਰਨ ਲੱਗੀ ਮੈਨੂੰ ਇਸ ਦਾ ਪਤਾ ਹੀ ਨਹੀਂ ਲੱਗਿਆ। ਤੁਸੀਂ ਬਹੁਤ ਚੰਗੇ ਹੋ ਰਾਹੁਲ। ਮੈਂ ਖੁਦ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਕਰਦੀ ਸੀ, ਪਰ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਮੇਰੇ ਕੋਲ ਆਉਣ ਤੋਂ ਰੋਕ ਲੈਂਦੇ ਸੀ। ਮੈਨੂੰ ਮਾਫ਼ ਕਰ ਦਿਓ। ਮੈਂ ਇੰਨੇ ਮਹੀਨਿਆਂ ਤੱਕ ਤੁਹਾਨੂੰ ਧੋਖੇ ਦੇ ਵਿੱਚ ਰੱਖਿਆ, ਤੁਹਾਡੇ ਜਜ਼ਬਾਤਾਂ ਦੇ ਨਾਲ ਖੇਡਿਆ, ਪਰ ਹੁਣ ਇਹ ਗੱਲ ਮੈਂ ਤੁਹਾਡੇ ਤੋਂ ਜ਼ਿਆਦਾ ਸਮਾਂ ਨਹੀਂ ਲੁਕੋ ਸਕਦੀ। ਤੁਹਾਨੂੰ ਇਹ ਸੱਚਾਈ ਦੱਸ ਕੇ ਆਪਣੇ ਦਿਲ ਦਾ ਬੋਝ ਹਲਕਾ ਕਰਨਾ ਚਾਹੁੰਦੀ ਹਾਂ। ਰਾਹੁਲ, ਮੈਨੂੰ ਮਾਫ਼ ਕਰ ਦਿਓ। ਜੋ ਕੁਝ ਵੀ ਮੈਂ ਕੀਤਾ ਉਹ ਮੈਂ ਮਜਬੂਰੀ ਦੇ ਵਿੱਚ ਕੀਤਾ। ਕੁਝ ਸਮੇਂ ਦੇ ਲਈ ਮੈਂ ਰਿੰਕੀ ਦੀ ਸੱਚਾਈ ਸੁਣ ਕੇ ਹੈਰਾਨ ਰਹਿ ਗਿਆ। ਮੈਂ ਖੁਦ ਆਪਣੀ ਹੀ ਪਛਤਾਵੇ ਦੇ ਵਿੱਚ ਮੱਚ ਰਿਹਾ ਸੀ। ਮੈਂ ਡਰਦਾ ਸੀ ਕਿ ਜੇਕਰ ਉਸਨੂੰ ਸੱਚਾਈ ਦਾ ਪਤਾ ਲੱਗੇਗਾ ਤਾਂ ਕੀ ਹੋਵੇਗਾ। ਮੈਨੂੰ ਲੱਗਦਾ ਸੀ ਕਿ ਉਹ ਕਦੇ ਮੈਨੂੰ ਮਾਫ਼ ਨਹੀਂ ਕਰੇਗੀ, ਮੇਰੇ ਨਾਲ ਨਫ਼ਰਤ ਕਰੇਗੀ, ਪਰ ਅਣਜਾਣੇ ਦੇ ਵਿੱਚ ਮੈਂ ਉਸਦੀ ਮਦਦ ਕਰ ਦਿੱਤੀ ਸੀ। ਮੈਂ ਉਸਨੂੰ ਉਸ ਜਾਨਵਰ ਤੋਂ ਛੁਟਕਾਰਾ ਦਿਵਾ ਦਿੱਤਾ ਸੀ ਅਤੇ ਹੁਣ ਉਹ ਮੇਰੇ ਨਾਲ ਪਿਆਰ ਕਰਨ ਲੱਗੀ ਸੀ। ਰਿੰਕੀ ਨੇ ਰੋਂਦੇ ਰੋਂਦੇ ਮੇਰੇ ਵੱਲ ਦੇਖਿਆ। ਉਸ ਦੀਆਂ ਅੱਖਾਂ ਦੇ ਵਿੱਚ ਇੱਕ ਉਮੀਦ ਦੀ ਕਿਰਨ ਸੀ, ਜਿਵੇਂ ਉਹ ਚਾਹੁੰਦੀ ਹੋਵੇ ਕਿ ਮੈਂ ਉਸਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਵਾਂ ਅਤੇ ਮੈਂ ਉਸਦੇ ਮੱਥੇ ਨੂੰ ਚੁੰਮ ਕੇ ਕਿਹਾ, ਰਿੰਕੀ ਮੈਂ ਤੁਹਾਨੂੰ ਮਾਫ਼ ਕਰ ਦਿੱਤਾ ਹੈ। ਉਹ ਮੈਨੂੰ ਉਮੀਦ ਭਰੀਆਂ ਨਜ਼ਰਾਂ ਦੇ ਨਾਲ ਅਜੇ ਵੀ ਦੇਖ ਰਹੀ ਸੀ। ਮੈਂ ਵੀ ਇੱਕ ਪਲ ਦੀ ਦੇਰੀ ਕੀਤੇ ਬਿਨਾਂ ਅੱਗੇ ਵਧਿਆ ਅਤੇ ਉਸਨੂੰ ਅੱਗੇ ਵਧ ਕੇ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਅਤੇ ਮੈਂ ਕਿਹਾ, ਰਿੰਕੀ ਕਿ ਮਾਫ਼ੀ ਤਾਂ ਮੰਗਣ ਦੀ ਮੇਰੇ ਕੋਲੋਂ ਵੀ ਹਿੰਮਤ ਨਹੀਂ ਹੁੰਦੀ ਸੀ। ਪਤਾ ਨਹੀਂ ਮੈਂ ਕਿੰਨੇ ਦਿਨਾਂ ਤੋਂ ਤੁਹਾਡੇ ਤੋਂ ਮਾਫ਼ੀ ਮੰਗਣ ਦੀ ਹਿੰਮਤ ਇਕੱਠੀ ਕਰ ਰਿਹਾ ਸੀ।
ਮੈਂ ਚਾਹੁੰਦਾ ਸੀ ਕਿ ਕਦੇ ਵੀ ਤੁਹਾਡੀ ਯਾਦਾਸ਼ਤ ਵਾਪਸ ਨਾ ਆਵੇ ਅਤੇ ਤੁਸੀਂ ਹਮੇਸ਼ਾ ਮੇਰੇ ਕੋਲ ਰਹੋ, ਕਿਉਂਕਿ ਉਸ ਰਾਤ ਮੇਰੀ ਗਲਤੀ ਦੇ ਨਾਲ ਐਕਸੀਡੈਂਟ ਹੋਇਆ ਸੀ ਅਤੇ ਮੈਨੂੰ ਲੱਗਦਾ ਸੀ ਕਿ ਤੁਸੀਂ ਆਪਣੇ ਪਤੀ ਦੇ ਨਾਲ ਬਹੁਤ ਪਿਆਰ ਕਰਦੇ ਸੀ। ਮੈਨੂੰ ਲੱਗਦਾ ਸੀ ਕਿ ਮੇਰੇ ਕਾਰਨ ਤੁਸੀਂ ਵਿਧਵਾ ਹੋ ਗਏ ਹੋ। ਅੱਜ ਮੇਰੇ ਦਿਲ ਤੋਂ ਸਾਰਾ ਬੋਝ ਉਤਰ ਗਿਆ ਹੈ। ਮੈਂ ਕਿਹਾ, ਰਿੰਕੀ, ਮੈਂ ਤੁਹਾਨੂੰ ਮਾਫ਼ ਕਰ ਦਿੱਤਾ ਹੈ। ਮੇਰੀ ਜ਼ਿੰਦਗੀ ਦੇ ਵਿੱਚ ਹੁਣ ਤੁਹਾਡਾ ਸਵਾਗਤ ਹੈ, ਕਿਉਂਕਿ ਪਿਆਰ ਤਾਂ ਮੈਂ ਵੀ ਤੁਹਾਨੂੰ ਕਰਨ ਲੱਗਿਆ ਹਾਂ। ਇਹ ਕਹਿ ਕੇ ਮੈਂ ਆਪਣੀਆਂ ਬਾਹਾਂ ਖੋਲ ਦਿੱਤੀਆਂ ਅਤੇ ਉਹ ਪਿਆਰ ਦੇ ਨਾਲ ਮੇਰੀਆਂ ਬਾਹਾਂ ਦੇ ਵਿੱਚ ਆ ਗਈ ਸੀ। ਉਸ ਨੂੰ ਆਪਣੇ ਗਲ ਨਾਲ ਲਗਾ ਕੇ ਮੇਰੇ ਅੰਦਰ ਸਕੂਨ ਭਰ ਗਿਆ ਸੀ। ਉਸ ਦਿਨ ਹੀ ਮੈਂ ਆਪਣੀ ਮਾਂ ਨੂੰ ਫੋਨ ਕਰ ਦਿੱਤਾ ਅਤੇ ਰਿੰਕੀ ਦੇ ਬਾਰੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ। ਮੇਰੀ ਮਾਂ ਨੇ ਆ ਕੇ ਸਾਡਾ ਵਿਆਹ ਕਰਵਾ ਦਿੱਤਾ ਸੀ। ਹੁਣ ਕਮਰੇ ਦੇ ਵਿੱਚ ਰਿੰਕੀ ਦੁਲਹਨ ਬਣ ਕੇ ਬੈਠੀ ਸੀ, ਮੇਰਾ ਇੰਤਜ਼ਾਰ ਕਰ ਰਹੀ ਸੀ। ਜਦੋਂ ਮੈਂ ਕਮਰੇ ਦੇ ਵਿੱਚ ਗਿਆ ਤਾਂ ਮੇਰਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ। ਮੈਂ ਹੌਲੀ ਜਿਹੀ ਰਿੰਕੀ ਦਾ ਘੁੰਡ ਚੱਕ ਦਿੱਤਾ ਅਤੇ ਉਸ ਨੂੰ ਇੱਕ ਮੂੰਹ ਦਿਖਾਈ ਦੀ ਅੰਗੂਠੀ ਵੀ ਪਾ ਦਿੱਤੀ। ਰਿੰਕੀ ਦੇ ਚਿਹਰੇ ਤੇ ਇੱਕ ਬਹੁਤ ਹੀ ਪਿਆਰੀ ਮੁਸਕਾਨ ਸੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਵੀ ਸਕੂਨ ਸੀ। ਜਦੋਂ ਮੈਂ ਰਿੰਕੀ ਦੇ ਕੋਲੇ ਹੋਣ ਲੱਗਿਆ ਤਾਂ ਉਹ ਸ਼ਰਾਰਤੀ ਅੰਦਾਜ਼ ਦੇ ਵਿੱਚ ਮੁਸਕਰਾਉਂਦੀ ਹੋਈ ਬੋਲੀ, ਕਿਉਂ ਰਾਹੁਲ, ਬਾਬਾ ਦੀ ਦੱਸੀ ਹੋਈ ਲਿਮਟ ਖਤਮ ਹੋ ਗਈ। ਅਤੇ ਉਸ ਦੀ ਗੱਲ ਤੇ ਮੈਂ ਹੱਸ ਪਿਆ ਸੀ ਅਤੇ ਉਸ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਤੇ ਕਿਹਾ, ਹਾਂ, ਹੁਣ ਸਾਨੂੰ ਕੋਈ ਬਾਬਾ ਰੋਕਣ ਵਾਲਾ ਨਹੀਂ ਹੈ। ਇਹ ਕਹਿੰਦੇ ਹੋਏ ਮੈਂ ਆਪਣੇ ਪਿਆਰ ਦੀ ਬਾਰਿਸ਼ ਰਿੰਕੀ ਤੇ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਰਾਤ ਅਸੀਂ ਹਮੇਸ਼ਾ ਹਮੇਸ਼ਾ ਦੇ ਲਈ ਇੱਕ ਹੋ ਗਏ ਸੀ ਅਤੇ ਸਾਡੇ ਅੱਗੇ ਇੱਕ ਨਵੀਂ ਜ਼ਿੰਦਗੀ ਸਾਡਾ ਇੰਤਜ਼ਾਰ ਕਰ ਰਹੀ ਸੀ, ਜਿਸ ਦੇ ਵਿੱਚ ਬਸ ਖੁਸ਼ੀਆਂ ਹੀ ਖੁਸ਼ੀਆਂ ਸਨ। ਤਾਂ ਦੋਸਤੋ, ਸਾਡੀ ਅੱਜ ਦੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।